ਸਤਿ ਸ਼੍ਰੀ ਅਕਾਲ ਜੀ। ਮੈਂ ਗੁਰਜਤਿੰਦਰ ਸਿੰਘ ਰੰਧਾਵਾ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV NRI ਵਰਲਡ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਦੋਸਤੋ, ਬਹੁਤ ਲੰਮੇ ਸਮੇਂ ਤੋਂ ਪੰਜਾਬੀ ਵਿਦੇਸ਼ਾਂ ਵਿੱਚ ਵਸੇ ਹੋਏ ਆ। ਉਹਨਾਂ ਨੇ ਆਪਣੇ ਬਿਜ਼ਨਸ ਉੱਥੇ ਸੈੱਟ ਕੀਤੇ ਆ, ਚਾਹੇ ਉਹ ਖੇਤੀਬਾੜੀ ਆ, ਚਾਹੇ ਟਰੱਕਿੰਗ ਆ, ਚਾਹੇ ਹੋਟਲ ਆ, ਮੋਟਲ ਆ, ਜਾਂ ਹੋਰ ਬਿਜ਼ਨਸ ਆ। ਹਰ ਥਾਂ 'ਤੇ ਸਾਨੂੰ ਇਹੋ ਸੁਣਨ ਨੂੰ ਮਿਲਦਾ ਕਿ ਪੰਜਾਬੀਆਂ ਨੇ ਤਰੱਕੀ ਬੜੀ ਕੀਤੀ ਆ। ਜਦੋਂ ਆਪਣੇ ਆਪ ਨੂੰ ਪੰਜਾਬੀ ਉੱਥੇ ਐਸਟੈਬਲਿਸ਼ ਕਰ ਚੁੱਕੇ ਆ, ਉਸ ਤੋਂ ਬਾਅਦ ਉਹਨਾਂ ਦਾ ਅਗਲਾ ਪੜਾਅ ਹੁੰਦਾ ਆਪਾਂ ਜਿੱਥੋਂ ਆਏ ਆ, ਯਾਨੀ ਕਿ ਪੰਜਾਬ ਦੀ ਧਰਤੀ ਤੋਂ ਆਏ ਆ, ਉੱਥੇ ਜਾ ਕੇ ਆਪਣੇ ਜਿਹੜੇ ਬਿਜ਼ਨਸ ਆ ਉਹ ਇੱਕ ਹੋਰ ਸਟੈਪ ਅੱਗੇ ਵੱਧ ਕੇ ਬਿਜ਼ਨਸ ਸੈਟਅਪ ਕਰੀਏ, ਕੋਈ ਨਵੀਂ ਪਲਾਂਗ ਪੁੱਟੀਏ। ਉਹਦੇ ਲਈ ਬਹੁਤ ਸਾਰੇ ਕਾਨੂੰਨੀ ਅੜਚਣਾਂ ਹੁੰਦੀਆਂ ਅਤੇ ਉਹਦੇ ਲਈ ਉਹਨਾਂ ਨੂੰ ਬਹੁਤਾ ਪਤਾ ਨਹੀਂ ਹੁੰਦਾ। ਅਤੇ ਸਾਡਾ ਹਮੇਸ਼ਾ ਇਹ ਕੋਸ਼ਿਸ਼ ਰਹਿੰਦੀ ਆ ਕਿ ਅਸੀਂ ਕਿਸੇ ਨਾ ਕਿਸੇ ਸਪੈਸ਼ਲਿਸਟ ਨੂੰ ਆਪਣੇ ਸਟੂਡੀਓ ਸੱਦ ਕੇ ਆਪਣੇ NRIs ਭਰਾਵਾਂ ਨੂੰ ਉਹ ਗੱਲਾਂ ਦੱਸੀਏ ਜਿਹੜੀਆਂ ਕਿ ਉਹਨਾਂ ਨੂੰ ਨਹੀਂ ਪਤਾ ਹੁੰਦਾ। ਅੱਜ ਸਾਡੇ ਸਟੂਡੀਓ ਵਿੱਚ ਦਲਜੀਤ ਸਿੰਘ ਛਾਬੜਾ ਜੀ ਆਏ ਹੋਏ ਆ ਅਤੇ ਉਹਨਾਂ ਤੋਂ ਅਜਿਹੀਆਂ ਗੱਲਾਂ ਅਸੀਂ ਪੁੱਛਾਂਗੇ ਜਿਹੜੀਆਂ ਕਿ ਪੰਜਾਬ ਵਿੱਚ ਜਾਂ ਜਿੱਥੋਂ ਵੀ ਸਾਡੇ ਪੰਜਾਬੀ ਵੀਰ ਆਏ ਆ ਉਹਨਾਂ ਨੂੰ ਪਤਾ ਲੱਗ ਸਕੇ ਕਿ ਬੈਂਕਿੰਗ ਕੀ ਆ, ਬਿਜ਼ਨਸ ਸਟਾਰਟ ਕਿਵੇਂ ਕਰਨਾ, ਜਾਂ ਹੋਰ ਕੀ ਕਾਨੂੰਨੀ ਅੜਚਣਾ, ਕਿਸ ਤਰੀਕੇ ਨਾਲ ਸਾਰਾ ਉਹ ਕੰਟਰੋਲ ਕਰਨਾ। ਆਓ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ। ਤੁਹਾਡਾ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਛਾਬੜਾ ਸਾਹਿਬ। ਜਿਸ ਤਰ੍ਹਾਂ ਮੈਂ ਦੱਸ ਕੇ ਹਟਿਆ ਕਿ ਜਦੋਂ ਸਾਡਾ ਉੱਥੇ ਜਿਹੜੇ ਆਪਾਂ ਇੱਥੇ ਰਹਿੰਦੇ ਹਾਂ ਅਮਰੀਕਾ 'ਚ, ਇੰਡੀਆ ਜਾ ਕੇ ਜਦੋਂ ਕੋਈ ਬਿਜ਼ਨਸ ਸੈਟਅਪ ਕਰਨਾ ਅਤੇ ਉਹਦੇ ਲਈ ਸਭ ਤੋਂ ਪਹਿਲਾਂ ਬੇਸਿਕ ਕੀ ਲੋੜ ਪੈਂਦੀ ਹੈ, ਕਿਸ ਤਰ੍ਹਾਂ ਦੇ ਜਿਹੜੇ ਪੇਪਰ ਵਰਕਸ ਦੀ ਜ਼ਰੂਰਤ ਪੈਂਦੀ ਹੈ ਆਪਾਂ ਨੂੰ? ਰੰਧਾਵਾ ਸਾਹਿਬ, ਜਿਹੜੇ ਡਾਕੂਮੈਂਟਸ ਰਿਕੁਆਇਰਡ ਹੁੰਦੇ ਨੇ ਟੂ ਸਟਾਰਟ ਏ ਬਿਜ਼ਨਸ ਇਨ ਇੰਡੀਆ, ਜਦ ਕੋਈ ਇੰਡੀਅਨ ਰੈਜ਼ੀਡੈਂਟ ਹੈ ਉਹਨੂੰ ਵੀ ਅਗਰ ਸਟਾਰਟ ਕਰਨਾ ਹੋਵੇ ਤਾਂ ਕੁਝ ਬੇਸਿਕ ਡਾਕੂਮੈਂਟਸ ਸਾਨੂੰ ਜ਼ਰੂਰੀ ਹੁੰਦੇ ਨੇ ਜਿਹੜੇ ਚੱਲਦੇ ਨੇ। ਨੌਨ ਰੈਜ਼ੀਡੈਂਟ ਵਾਸਤੇ ਵੀ ਸੇਮ ਡਾਕੂਮੈਂਟ ਰੱਖੇ ਹੋਏ ਨੇ। ਫਰਕ ਸਿਰਫ ਹੁੰਦਾ ਵੀ ਉਹ ਡਾਕੂਮੈਂਟ ਕਿਹੜਾ ਬੰਦਾ ਪ੍ਰੋਡਿਊਸ ਕਰ ਸਕਦਾ। ਇੱਕ ਤਾਂ ਸਾਰਿਆਂ ਨਾਲੋਂ ਪਹਿਲਾਂ ਅਗਰ ਕੋਈ ਬਿਜ਼ਨਸ ਸ਼ੁਰੂ ਕਰਨਾ, ਤੁਹਾਨੂੰ ਪਤਾ ਕੋਈ ਵੀ ਬਿਜ਼ਨਸ ਕਰਨਾ ਹੋਵੇ ਤਾਂ ਬੈਂਕਿੰਗ ਪ੍ਰਣਾਲੀ ਨਾਲ ਹੋਣੀ ਚਾਹੀਦੀ ਹੈ। ਮੈਂ ਥੋੜ੍ਹੀ ਜਿਹੀ ਗੱਲ ਕੱਟਦਾ ਜੀ। ਬੈਂਕਿੰਗ ਤੋਂ ਵੀ ਪਹਿਲਾਂ ਮੈਂ ਇਹ ਸਪਸ਼ਟ ਕਰਨਾ ਚਾਹੁੰਦਾ ਕਿ ਕਿਸ ਟਾਈਪ ਦਾ, ਦੇਖੋ ਵੱਖਰੀ ਕੈਟੇਗਰੀਜ਼ ਹੁੰਦੀਆਂ NRIs ਦੀਆਂ। ਕਈ NRIs ਤਾਂ ਚਲੋ 6 ਮਹੀਨੇ ਰਹਿ ਗਏ, ਉਹ NRIs ਗਿਣੇ ਜਾਂਦੇ ਆ। ਕਈਆਂ ਕੋਲ ਗ੍ਰੀਨ ਕਾਰਡ ਹੁੰਦੇ ਆ, ਕਈਆਂ ਕੋਲ ਕੋਈ ਸਿਟੀਜ਼ਨਸ਼ਿਪ ਆ, ਜਾਂ OCI ਕਾਰਡ ਵੀ ਹੁੰਦੇ ਆ। ਇਹਨਾਂ 'ਚੋਂ ਕਿਹੜਾ ਜਿਹੜਾ ਹੈਗਾ ਉਹ ਉੱਥੇ ਜਾ ਕੇ ਬਿਜ਼ਨਸ ਕਰ ਸਕਦਾ? ਰੰਧਾਵਾ ਜੀ, ਜਿਹੜਾ NRI ਲਫ਼ਜ਼ ਹੈ ਨਾ, ਨੌਨ ਰੈਜ਼ੀਡੈਂਟ ਇੰਡੀਅਨਸ, ਵੀ ਜਿਹੜੇ ਲੋਕ ਇੰਡੀਆ ਵਿੱਚ ਨਹੀਂ ਰਹਿੰਦੇ, ਪਹਿਲਾਂ ਰਹਿੰਦੇ ਸੀਗੇ, ਕੁਝ ਸਮਾਂ ਉੱਥੇ ਇੰਡੀਆ ਦੇ ਵਿੱਚ ਨਹੀਂ ਹੈ। ਇਨਕਮ ਟੈਕਸ ਐਕਟ ਦੇ ਅੰਡਰ ਜਿਹੜਾ ਹੈਗਾ ਨੌਨ ਰੈਜ਼ੀਡੈਂਟ ਦੀ ਡੈਫੀਨੇਸ਼ਨ ਆ, ਉਹ ਸਟੇਟ ਦੇ ਹਿਸਾਬ ਨਾਲ ਗਿਣੀ ਜਾਂਦੀ ਹੈ। ਹੁਣ ਕਈ ਤਾਂ ਚਲੇ ਗਏ PR ਲੈ ਲਈ ਉਹਨਾਂ ਨੇ ਜਾ ਕੇ, ਇੱਥੋਂ ਸਟੂਡੈਂਟਸ ਵੀ ਜਾਂਦੇ ਨੇ। ਕਈ ਜਿਹੜੇ ਹੈਗੇ ਨੇ ਪ੍ਰੋਫੈਸ਼ਨਲਸ ਨੇ, ਇੱਥੇ ਕੰਪਨੀ 'ਚ ਕੰਮ ਕਰਦੇ ਹੁੰਦੇ ਨੇ, ਉਹਨਾਂ ਨੂੰ ਕੰਪਨੀ ਦੂਜੇ ਕੰਟਰੀਜ਼ ਦੇ ਵਿੱਚ ਅਸਾਈਨਮੈਂਟ ਦੇ ਦਿੰਦੀ ਹੈ ਫॉर ਟਾਈਮਿੰਗ, ਉੱਥੇ ਟਰਾਂਸਫਰ ਕਰ ਦਿੰਦੇ ਨੇ, ਹੈ ਨਾ। ਜਿਹੜਾ ਵਿਅਕਤੀ ਕਿਸੇ ਵੀ ਸਟੇਟਸ ਦੇ ਵਿੱਚ ਮੋਰ ਦੈਨ 6 ਮੰਥ ਇੰਡੀਆ ਤੋਂ ਬਾਹਰ ਕੰਮ ਕਰ ਰਿਹਾ ਜੀ, ਉਹਨੂੰ ਨਾ ਅਸੀਂ ਨੌਨ ਰੈਜ਼ੀਡੈਂਟ ਸਟੇਟਸ ਦਿੱਤਾ ਜਾਂਦਾ ਇਨਕਮ ਟੈਕਸ ਪਰਪਸ ਦੇ ਵਿੱਚ। ਅਗਰ ਅਸੀਂ ਫੈਮਾ ਨੂੰ ਨਾਲ ਕੰਸੀਡਰ ਕਰੀਏ, ਕਿਉਂਕਿ ਜਿਹੜਾ ਫੋਰਨ ਐਕਸਚੇਂਜ ਮੈਨੇਜਮੈਂਟ ਐਕਟ ਹੈ ਉਹ ਬੇਸਿਕਲੀ ਰੂਲ ਕਰਦਾ ਫੋਰਨ ਐਕਸਚੇਂਜ NRIs ਵਾਸਤੇ। ਓਕੇ। ਜਿੰਨੀ ਟ੍ਰਾਂਜੈਕਸ਼ਨ, ਜਿੰਨੀਆਂ ਡੀਲਿੰਗਸ ਫੋਰਨ ਕੰਟਰੀਜ਼ ਦੇ ਨਾਲ ਹੋਣੀਆਂ ਨੇ, ਇਨ ਬਿਟਵੀਨ ਅਕ੍ਰੋਸ ਦਾ ਬਾਰਡਰ ਹੋਣੀਆਂ ਨੇ, ਐਜ਼ ਆਰ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਆਰ ਕੰਸਰਨਡ, ਉਹ ਫੈਮਾ ਹੀ ਕੰਟਰੋਲ ਕਰਦਾ। ਅੱਛਾ ਜੀ। ਜੇ ਕੋਈ NRI ਦੀਆਂ ਰਿਸਟ੍ਰਿਕਸ਼ਨਸ ਹੈਗੀਆਂ ਤਾਂ ਉਹ ਵੀ ਫੈਮਾ ਦਾ ਫੁੱਲ ਫਾਰਮ ਕੀ? ਫੋਰਨ ਐਕਸਚੇਂਜ ਮੈਨੇਜਮੈਂਟ ਐਕਟ। ਓਕੇ। 1991 ਤੋਂ ਪਹਿਲਾਂ ਹੁੰਦਾ ਸੀ ਫੋਰਨ ਐਕਸਚੇਂਜ ਰੈਗੂਲੇਸ਼ਨ ਐਕਟ, ਫੈਰਾ, ਉਹਨੂੰ ਫੈਰਾ ਕਹਿੰਦੇ ਸੀ। ਰੀਜ਼ਨ ਕੀ ਹੋਇਆ ਉਹਨੂੰ ਬਦਲਣ ਦਾ? ਉਹਦੇ ਵਿੱਚ ਹੈਗਾ ਸੀ, ਫੈਰਾ ਦੇ ਵਿੱਚ ਕ੍ਰਿਮੀਨਲ ਪ੍ਰੋਸੀਡਿੰਗ ਸੀਗੀਆਂ। ਓਕੇ ਜੀ। ਜਿੱਦਾਂ ਸਪੋਜ਼ ਕਿਸੇ ਕੋਲ ਫੋਰਨ ਕਰੰਸੀ ਪਕੜੀ ਗਈ ਹੈ ਅਤੇ ਉਹਦੇ ਉੱਤੇ ਪ੍ਰੋਸੀਕਿਊਸ਼ਨ ਵੀ ਉਹਨੂੰ ਹੁੰਦੀ ਸੀ। ਜਿਹੜਾ ਫੈਮਾ ਦਾ ਸਟਾਫ ਹੁੰਦਾ ਸੀ, ਇਨਫੋਰਸਮੈਂਟ ਡਾਇਰੈਕਟੋਰੇਟ ਦੇ ਅੰਡਰ ਉਹ ਆਉਂਦਾ ਸਿਰਫ ਐਕਟ ਜਿਹੜਾ ਹੈਗਾ ਜੀ। ED ਵਾਲਾ ਜਿਹੜਾ ਸਟਾਫ ਹੁੰਦਾ ਸੀ, ਉਹ ਕਿਸੇ ਬੰਦੇ ਨੂੰ ਜਿਹਦੇ ਕੋਲ ਪਕੜੀ ਗਈ ਉਹਨੂੰ ਅਰੈਸਟ ਵੀ ਕਰ ਸਕਦਾ। ਉਹਦੇ ਕੋਲ ਪੁਲਿਸ ਦੀਆਂ ਪਾਵਰਸ ਹੁੰਦੀਆਂ ਸੀ, ਅਰੈਸਟ ਕਰਕੇ ਉਹਨੇ ਕੋਰਟ 'ਚ ਪੇਸ਼ ਕਰਨਾ ਅਤੇ ਕੋਰਟ 'ਚੋਂ ਸਜ਼ਾ ਵੀ ਹੁੰਦੀ ਸੀਗੀ ਜੀ ਜੇ ਅਸੀਂ ਕੋਈ ਵੀ ਫੈਰਾ ਦੀ ਵਾਇਓਲੇਸ਼ਨ ਕਰਦੇ ਸੀਗੇ। ਉਹ ਨੌਨ ਰੈਜ਼ੀਡੈਂਟ 'ਤੇ ਵੀ ਐਪਲੀਕੇਬਲ, ਉਹ ਰੈਜ਼ੀਡੈਂਟ 'ਤੇ ਵੀ ਐਪਲੀਕੇਬਲ ਆ। ਅਗਰ ਮੈਂ ਇੱਥੋਂ ਦਾ ਰੈਜ਼ੀਡੈਂਟ ਹਾਂ ਔਰ ਮੈਂ ਫੋਰਨ ਕਰੰਸੀ ਡੀਲ, ਮੇਰੇ ਕੋਲ ਫੋਰਨ ਕਰੰਸੀ ਪਕੜੀ ਜਾਂਦੀ ਅਨਆਥੋਰਾਈਜ਼, ਫਿਰ ਵੀ ਉਹ ਫੈਮਾ 'ਤੇ ਮੈਨੂੰ ਲੱਗੇਗਾ ਉਹ ਤੋਂ ਫੈਰਾ ਲੱਗਦਾ ਸੀਗਾ।
ਫਿਰ 1991 ਦੇ ਵਿੱਚ ਇਹਨਾਂ ਨੇ ਉਹਦਾ ਸਟੇਟਸ ਬਦਲ ਕੇ ਉਹਨੂੰ ਸਿਵਲ ਕਰ ਦਿੱਤਾ। ਓਕੇ। ਹੁਣ ਫੈਮਾ ਦੇ ਵਿੱਚ ਜਿਹੜੀਆਂ ਕੋਈ ਅਰੈਸਟ ਵਗੈਰਾ ਨਹੀਂ ਹੁੰਦੀਆਂ, ਹੁਣ ਜਿਹੜੀਆਂ ਅਰੈਸਟ ਕਰਨਾ ਸੀ ਈਡੀ ਜਿਹੜੀਆਂ ਹੈਗੀਆਂ ਨਾ, ਮਨੀ ਲਾਂਡਰਿੰਗ ਉਹਦੇ ਕੋਲ ਚਲਾ ਗਿਆ। ਮਨੀ ਲਾਂਡਰਿੰਗ ਐਕਟ ਆ ਜਿਹੜਾ, ਉਹਦੇ ਅੰਡਰ ਉਹ ਅਰੈਸਟ ਕਰ ਸਕਦੇ ਨੇ। ਬਾਕੀ ਜਿਹੜੀਆਂ ਹੈਗੀਆਂ ਉਹਨਾਂ ਪੈਨਲਟੀ ਪ੍ਰੋਵੀਜ਼ਨਸ ਉਹਨਾਂ ਦੇ ਵਿੱਚ ਜ਼ਿਆਦਾ ਪਾਤੀਆਂ। ਤੁਸੀਂ ਤੇ ਡਰਾ ਹੀ ਦਿੱਤਾ ਕਿ ਮਨੀ ਲਾਂਡਰਿੰਗ ਦਾ ਪਤਾ ਨਹੀਂ ਵਿੱਚ ਕੀ ਸਿਸਟਮ ਆ ਜਾਣਾ। ਮਨੀ ਲਾਂਡਰਿੰਗ ਸਾਡੇ ਐਨਆਰਆਈ ਭਰਾ ਹੀ ਨਾ ਕਿਤੇ ਡਰ ਜਾਣ ਵੀ ਜੇ ਅਸੀਂ ਬਿਜ਼ਨਸ ਕੀਤਾ ਤੇ ਪਤਾ ਨਹੀਂ ਮਨੀ ਲਾਂਡਰਿੰਗ ਦਾ ਵਿੱਚ ਰੌਲਾ ਨਾ ਪੈ ਜਾਏ। ਬਿਜ਼ਨਸ ਦੇ ਨਾਲ ਡਾਇਰੈਕਟਲੀ ਮਨੀ ਲਾਂਡਰਿੰਗ ਦਾ ਕੋਈ, ਲੀਗਲ ਬਿਜ਼ਨਸ ਦੇ ਨਾਲ ਮਨੀ ਲਾਂਡਰਿੰਗ ਦਾ ਕੋਈ ਕੰਸਰਨ ਨਹੀਂ ਹੈ। ਜੀ ਜੀ ਜੀ। ਜਿਹੜੇ ਇਲੀਗਲ ਬਿਜ਼ਨਸ ਕਰਦੇ ਨੇ ਉਹਦੇ ਮਨੀ ਲਾਂਡਰਿੰਗ ਦੇ ਵਿੱਚ ਵੀ ਰੰਧਾਵਾ ਸਾਹਿਬ 7 ਐਕਟ ਹੈਗੇ ਨੇ। ਅੱਛਾ ਜੀ। ਨਾਰਕੋਟਿਕ ਐਕਟਸ ਵੀ ਉਹਦੇ ਨਾਲ ਡੀਲ ਕਰਦਾ ਹੈ, ਕਰਪਸ਼ਨ ਦਾ ਵੀ ਉਹ 'ਚ ਕਰਦਾ ਵੀ ਅਗਰ ਇਹਨਾਂ ਸੋਰਸਸ ਦੇ ਵਿੱਚ ਬੰਦੇ ਕਿਸੇ ਨੇ ਆਪਣੀ ਅਮਾਊਂਟ ਅਮੈਸ਼ ਕੀਤੀ ਹੋਈ ਹੈ, ਵੈਲਥ ਬਣਾ ਲਈ ਹੈ ਜੀ, ਉੱਥੇ ਉਹਨਾਂ ਨੂੰ ਮਨੀ ਲਾਂਡਰਿੰਗ ਐਕਟ ਲੱਗਦਾ। ਜੀ ਜੀ। ਬਾਕੀ ਜਨਰਲ ਜਿਹੜੇ ਸਾਡੇ ਨਾਨ ਰੈਜ਼ੀਡੈਂਟ ਭਰਾ ਨੇ ਅਗਰ ਉੱਥੇ ਰਹਿ ਰਹੇ ਨੇ, ਇੱਧਰ ਕੰਮ ਕਰ ਰਹੇ ਨੇ, ਉਹਨਾਂ ਤੇ ਮਨੀ ਲਾਂਡਰਿੰਗ ਨਹੀਂ, ਅਦਰਵਾਈਜ਼ ਐਕਟ। ਜੀ ਜੀ। ਇਲੀਗਲ ਐਕਟੀਵਿਟੀਜ਼ ਨਾਲ ਤੇ ਨੈਚੁਰਲ। ਦੁਬਾਰਾ ਉਸੇ ਗੱਲ ਤੇ ਆਈਏ ਜੀ, ਜਿਵੇਂ ਹੁਣ ਮੈਂ ਤੁਹਾਨੂੰ ਪੁੱਛਿਆ ਸੀਗਾ ਐਨਆਰਆਈਜ਼ ਕਿਸ ਕੈਟਾਗਰੀ ਦਾ ਜਿਹੜਾ ਐਨਆਰਆਈਜ਼ ਆ ਉਹ ਬਿਜ਼ਨਸ ਜਿਹੜੇ ਇੱਥੇ ਕਰ ਸਕਦੇ। ਉੱਥੇ ਸਰ ਗੱਲ ਰਿਹਾ ਜੀ, ਮੈਂ ਜਿੱਦਾਂ ਤੁਹਾਨੂੰ ਦੱਸਿਆ ਵੀ EMPLOYEES ਉੱਥੇ ਜਾਂਦੇ ਨੇ, ਜੀ ਜੀ, ਸਟੂਡੈਂਟਸ ਵੀ ਉੱਥੇ ਜਾਂਦੇ ਨੇ, ਕੋਈ PR ਲੈ ਕੇ ਜਾਂਦੇ ਨੇ। ਹੁਣ ਜਿਹੜੇ ਲੋਕ ਉੱਥੇ ਐਸਟੈਬਲਿਸ਼ ਹੋ ਜਾਂਦੇ ਨੇ, ਉਹ ਜਿੱਦਾਂ ਤੁਸੀਂ ਪਹਿਲਾਂ ਗੱਲ ਕਰ ਰਹੇ ਸੀ ਵੀ ਇੱਥੇ ਫੋਰਨ ਕੰਟਰੀਜ਼, ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਜਿੱਥੇ ਵੀ ਦੇਖ ਲਓ ਸਾਡੇ ਪੰਜਾਬੀ ਭਰਾ ਸਾਰੀ ਜਗ੍ਹਾ 'ਤੇ ਗਏ ਹੋਏ ਨੇ। ਜਦੋਂ ਉੱਥੇ ਉਹਨਾਂ ਦੇ ਪੈਰ ਪੱਕੇ ਹੋ ਜਾਂਦੇ ਨੇ, ਕੁਛ ਉਹਨਾਂ ਦੇ ਕੋਲ ਸਰਪਲਸ ਆਉਂਦਾ, ਫਿਰ ਉਹਨਾਂ ਨੂੰ ਆਪਣੇ ਦੇਸ਼ ਦੀ, ਆਪਣੀ ਮਿੱਟੀ ਦੀ ਯਾਦ ਆਉਂਦੀ ਹੈ। ਬਿਲਕੁਲ। ਕੁਛ ਤੇ ਸਮਝਦੇ ਨੇ ਵੀ ਅਸੀਂ ਉਹਨਾਂ ਨੂੰ ਵਪਾਰਕ ਤੌਰ ਤੇ ਕੰਟਰੈਕਟ ਰੱਖੀਏ ਆਪਣੇ ਮਿੱਟੀ ਦੇ ਨਾਲ, ਕੁਛ ਕਹਿੰਦੇ ਨੇ ਅਸੀਂ ਕੋਈ ਪ੍ਰਾਪਰਟੀ ਖਰੀਦ ਲਈਏ ਉਹਨਾਂ ਦੇ, ਤੇ ਕੁਝ ਕਹਿੰਦੇ ਅਸੀਂ ਪ੍ਰਾਪਰਟੀ ਦਾ ਬਿਜ਼ਨਸ ਕਰੀਏ ਉੱਥੇ ਜਾ ਕੇ। ਜਿੱਦਾਂ ਬੰਦੇ ਨੂੰ ਪਤਾ ਲੱਗਦਾ ਜੀ ਮੈਂ ਇੱਥੋਂ ਕਮਾ ਸਕਦਾ ਵਾਂ। ਨੈਚੁਰਲ ਜਿਹੜੀ ਮਨੀ ਦੀ ਲਸਟ ਹੁੰਦੀ ਹੈ ਉਹ ਬਹੁਤ ਹੁੰਦੀ ਹੈ, ਹਰੇਕ ਬੰਦੇ ਦੇ ਵਿੱਚ ਹੈਗੀ ਹੈ, ਭਾਵੇਂ ਉੱਥੇ ਰਹਿੰਦਾ ਭਾਵੇਂ ਇੱਥੇ ਰਹਿੰਦਾ। ਅੱਜ ਇੰਨੀ ਹੈ, ਕੱਲ੍ਹ ਇੰਨੀ ਹੋਏਗੀ, ਉਹਦੇ ਤੌਰ 'ਤੇ ਅਗਲਾ ਬਿਜ਼ਨਸ ਵੀ ਇੱਥੇ ਕਰ ਸਕਦਾ। ਹੁਣ ਬਿਜ਼ਨਸ ਕਰਨ ਵਾਸਤੇ ਜਿੱਦਾਂ ਆਪਾਂ ਸ਼ੁਰੂ ਕੀਤਾ ਸੀਗਾ, ਭਾਵੇਂ ਰੈਜ਼ੀਡੈਂਟ ਹੈ ਭਾਵੇਂ ਨਾਨ ਰੈਜ਼ੀਡੈਂਟ ਹੈ, ਕੁਝ ਡਾਕੂਮੈਂਟ ਪ੍ਰਸਕ੍ਰਾਈਬਡ ਨੇ ਹਰ ਐਕਟ ਦੇ ਵਿੱਚ। ਓਕੇ। ਨਾਨ ਰੈਜ਼ੀਡੈਂਟ ਅਗਰ ਇੱਥੇ ਆਣਾ, ਜਿਹੜਾ ਬੇਸਿਕ ਡਾਕੂਮੈਂਟ ਹੈਗਾ ਉੱਥੇ ਪੈਨ ਕਾਰਡ ਚਾਹੀਦਾ ਹੋਏਗਾ ਇੰਡੀਆ ਦੇ ਵਿੱਚ। ਓਕੇ। ਨਾਨ ਰੈਜ਼ੀਡੈਂਟ ਜਿਹੜਾ ਪੈਨ ਹੈਗਾ, ਦੇਖਣ ਨੂੰ ਪੈਨ ਕਾਰਡ ਇੱਕੋ ਹੀ ਹੈ, ਪਰ ਨਾਨ ਰੈਜ਼ੀਡੈਂਟ ਦੇ ਪੈਨ ਦੇ ਵਿੱਚ ਜਿਹੜਾ ਅਥਾਰਟੀ ਜੁਰਿਸਡਿਕਸ਼ਨਲ ਹੈ ਉਹ ਸੈਪਰੇਟ ਹੈ। ਓਕੇ। ਜਿੰਨੇ ਨਾਨ ਰੈਜ਼ੀਡੈਂਟ ਸਾਡੇ ਪੰਜਾਬ ਦੇ ਹੈਗੇ ਨੇ, JK ਦੇ ਹੈਗੇ, ਸਾਰਿਆਂ ਦੀ ਅਥਾਰਟੀ ਸਪੋਜ਼ ਅਸੀਂ ਇੱਕ ਲੈ ਲੈਣਾ ਜੰਗ, ਉਹ ਚੰਡੀਗੜ੍ਹ, ਇੱਕੋ ਹੀ ਐਡੀਸ਼ਨਲ ਡਾਇਰੈਕਟੋਰੇਟ ਬਣਿਆ, ਸਾਰੇ ਉੱਥੇ ਕੋਈ ਕੇਸ ਲੱਗੇਗਾ ਤਾਂ ਉੱਥੇ ਲੱਗੇਗਾ, ਪੰਜਾਬ ਦਾ ਜਿੱਥੋਂ ਦਾ ਵੀ ਹੋਏਗਾ। ਪਹਿਲਾਂ ਸਾਡਾ ਪੈਨ ਅਪਲਾਈ ਕਰਨਾ ਹੁੰਦਾ। ਅੱਛਾ ਜੀ। ਪੈਨ ਜਿਹੜਾ ਨਾਨ ਰੈਜ਼ੀਡੈਂਟ ਦਾ ਪੈਨ ਅਗਰ ਅਪਲਾਈ ਕਰਨਾ, 49AA ਫਾਰਮ ਹੁੰਦਾ ਜਿਹੜਾ ਅਸੀਂ ਉੱਥੇ ਭਰਨਾ ਹੁੰਦਾ। ਅਗਰ ਔਨਲਾਈਨ ਜਾ ਕੇ ਭਰਦੇ ਹਾਂ ਤਾਂ ਉੱਥੇ ਜੁਰਿਸਡਿਕਸ਼ਨ ਵੀ ਪਤਾ ਲੱਗ ਜਾਂਦੇ ਨੇ ਵੀ ਕਿਹੜੇ AO ਦੇ ਕੋਲ ਜਾਣਾ, ਕਿੱਦਾਂ ਜਾਣਾ ਹੈਗਾ। ਪੈਨ ਲੈਣ ਵਾਸਤੇ ਸਾਨੂੰ ਜਿਹੜਾ ਬੰਦਾ ਐਪਲੀਕੈਂਟ ਹੈਗਾ ਉਹਦੀਆਂ 2 ਫੋਟੋ ਲੱਗਦੀਆਂ ਨੇ ਨਾਲ। ਓਕੇ ਜੀ। ਇੱਕ ਉਹਦੀ ਲੱਗਦੀ ਹੈ ਫੋਟੋ ID। ਫੋਟੋ ID ਪਾਸਪੋਰਟ ਉੱਥੋਂ ਦਾ ਹੋ ਸਕਦਾ, ਤੁਸੀਂ OCI ਲਿਆ ਜਿਸ ਬੰਦੇ ਨੇ, OCI ਵੀ ਲਗਾ ਸਕਦੇ ਹਾਂ ਅਸੀਂ ਕਿ ਜਿਹਦੇ ਨਾਲ ਫੋਟੋ ਲੱਗੀ ਹੋਵੇ। ਕਈ ਲੋਕਾਂ ਵੀਰਾਂ ਨੂੰ ਨਾ ਥੋੜ੍ਹਾ ਜਿਹਾ ਹੈਗਾ ਵੀ ਸਾਨੂੰ ਆ ਕਹਿਣਗੇ ਜੀ ਸਾਡਾ ਡਰਾਈਵਿੰਗ ਲਾਇਸੈਂਸ ਲਗਾ ਦਿਓ। ਓਕੇ। ਡਰਾਈਵਿੰਗ ਲਾਇਸੈਂਸ ਫॉर ਪੈਨ ਇਜ਼ ਨਾਟ ਅ ਡੈਜ਼ਿਗਨੇਟਡ ਡਾਕੂਮੈਂਟ। ਉੱਥੋਂ ਦਾ ਡਰਾਈਵਿੰਗ ਲਾਇਸੈਂਸ ਨਹੀਂ ਲੱਗੇਗਾ ਇੱਥੇ। ਇੰਡੀਆ ਦਾ ਅਗਰ ਮੈਂ ਪੈਨ ਲੈਣਾ ਤਾਂ ਮੇਰਾ ਡਰਾਈਵਿੰਗ ਲਾਇਸੈਂਸ ਲੱਗ ਸਕਦਾ। ਓਕੇ। ਉੱਥੇ ਸਿਰਫ 2 ਚੀਜ਼ਾਂ ਲੱਗਦੀਆਂ ਨੇ, ਇੱਕ ਤੇ OCI ਕਾਰਡ, ਕਿਉਂਕਿ OCI ਦੇ ਵਿੱਚ ਤੁਸੀਂ ਦੇਖੋਗੇ ਜਿਹੜਾ ਬੈਕ ਪੇਜ ਹੈਗਾ ਇੰਡੀਆ ਦੇ ਪਾਸਪੋਰਟ ਵਾਂਗਰ, ਉਹ ਤੇ ਐਡਰੈਸ ਦਿੱਤਾ ਹੁੰਦਾ। ਓਕੇ, ਬਿਲਕੁਲ। ਉਹ ਡਿਊਲ ਪਰਪਸ ਕੰਮ ਕਰਦਾ। ਇੱਕ ਤੁਹਾਡੀ ਫੋਟੋ ID ਹੋ ਗਈ, ਇੱਕ ਤੁਹਾਡਾ ਐਡਰੈਸ ID ਹੋਵੇ, ਤੇ 2 ਫੋਟੋ ਐਨਫ। ਇਸ ਤੋਂ ਬਾਅਦ ਕੋਈ ਡਾਕੂਮੈਂਟ ਹੋਰ ਨਹੀਂ ਚਾਹੀਦਾ। ਉਹ ਪ੍ਰਸਕ੍ਰਾਈਬਡ ਫੀਸ ਲੈਂਦੇ ਨੇ। ਡਾਕੂਮੈਂਟ ਜਿਹੜਾ ਤੁਹਾਡਾ ਪੈਨ ਕਾਰਡ ਹੈਗਾ, ਉਹ ਜਦੋਂ ਅਪਲਾਈ ਕਰਦੇ ਹੋ, ਅੱਜ ਕੱਲ੍ਹ ਜਿਹੜਾ ਰੂਟੀਨ ਚੱਲਦੀ ਪਈ ਹੈ 7 to 10 ਡੇਜ਼ ਦੇ ਵਿੱਚ, ਅਗਰ ਡਾਕੂਮੈਂਟ ਤੁਹਾਡੇ ਇਨ ਆਰਡਰ ਨੇ ਤੇ ਤੁਹਾਡੇ ਉਹ ਅਲਾਟ ਹੋ ਜਾਂਦਾ। ਓਕੇ। ਅਰਜੈਂਟ ਚਾਹੀਦਾ ਹੋਵੇ ਨਾਲ ਕਾਰਡ ਦੀ ਆਪਸ਼ਨ ਆਉਂਦੀ ਹੈ, ਉਹ ਤੁਸੀਂ ਆਪਣੀ ਈਮੇਲ ਦੇ ਉੱਤੇ ਡਾਊਨਲੋਡ ਕਰ ਸਕਦੇ ਹੋ ਤੁਹਾਨੂੰ ਜਦੋਂ ਅਲਾਟ ਕਰਨਗੇ। ਜਿਹੜਾ ਸਮਾਰਟ ਕਾਰਡ ਹੁੰਦਾ ਜਿਹਨੂੰ ਪਾਕਟ ਕਾਰਡ ਕਹਿੰਦੇ ਨੇ ਐਡੀਸ਼ਨ ਅਸੀਂ, ਉਹ ਤੁਹਾਡੇ ਉਸੇ ਐਡਰੈਸ ਤੇ ਡਿਲੀਵਰ ਕਰੇਗੀ ਗਵਰਨਮੈਂਟ, ਇਨਕਮ ਟੈਕਸ ਡਿਪਾਰਟਮੈਂਟ। ਜੇ ਤੁਸੀਂ ਬਾਹਰ ਰਹਿੰਦੇ ਹੋ, ਅਮਰੀਕਾ ਰਹਿੰਦੇ ਹੋ, ਅਮਰੀਕਾ ਜਾਏਗਾ, ਕੈਨੇਡਾ ਜਾਏਗਾ, ਉਹ ਆਪਣੀ ਕੋਰੀਅਰ ਫੀਸ ਨਾਲ ਲੈ ਲੈਂਦੇ ਨੇ ਪਹਿਲਾਂ ਹੀ ਤੁਹਾਡੇ ਕੋਲੋਂ। ਉਹ ਤੁਹਾਨੂੰ ਕਾਰਡ ਉਹਨਾਂ ਨੇ ਉੱਥੇ ਭੇਜਣਾ। ਪਰ ਜਿਹੜਾ ਵਿਅਕਤੀ ਇੱਥੇ ਆਇਆ ਆਪਣਾ ਕੰਮ ਕਰਨਾ ਚਾਹੁੰਦਾ, ਕਾਰਡ ਦੇ ਨਾਲ ਆਪਣੇ ਸਾਰੇ ਕੰਮ ਕਰ ਸਕਦਾ। ਓਕੇ ਓਕੇ ਓਕੇ। ਦੂਸਰਾ ਜਿਹੜੇ ਇੱਥੇ ਬਿਜ਼ਨਸ ਕਰਨ ਵਾਸਤੇ ਸਾਨੂੰ ਬੈਂਕ ਅਕਾਊਂਟ ਜ਼ਰੂਰੀ ਹੈ ਜੀ। ਬੈਂਕ ਅਕਾਊਂਟ ਖੋਲ੍ਹਣ ਵਾਸਤੇ ਇੱਕ ਮੈਂ ਥੋੜ੍ਹੀ ਜਿਹੀ ਇੱਥੇ ਗੱਲ ਤੁਹਾਡੀ ਕੱਢਾਂ। ਬੈਂਕ ਅਕਾਊਂਟ ਖੋਲ੍ਹਣ ਲਈ ਤੁਹਾਨੂੰ ਇਹ ਜ਼ਰੂਰੀ ਹੈ ਕਿ ਪਹਿਲਾਂ ਬਿਜ਼ਨਸ ਰਜਿਸਟਰਡ ਹੋਣਾ ਚਾਹੀਦਾ, ਕਿ ਪਹਿਲਾਂ ਬੈਂਕ ਅਕਾਊਂਟ ਖੁੱਲੂਗਾ ਕਿ ਪਹਿਲਾਂ ਰਜਿਸਟਰਡ ਹੋਊਗਾ? 2 ਚੀਜ਼ਾਂ ਨੇ ਉਹਦੇ ਵਿੱਚ ਜੀ ਜੀ। ਜਿਹੜਾ ਕੋਈ ਬਿਜ਼ਨਸ ਖੋਲ੍ਹਣਾ ਉਹਦੇ ਵਾਸਤੇ ਤੁਹਾਨੂੰ ਕਰੰਟ ਅਕਾਊਂਟ ਖੋਲ੍ਹਣਾ ਪੈਂਦਾ। ਓਕੇ।
ਕਰੰਟ ਅਕਾਊਂਟ ਵਾਸਤੇ ਰਜਿਸਟ੍ਰੇਸ਼ਨ ਪਹਿਲਾਂ ਜ਼ਰੂਰੀ ਹੈ। ਹਾਂਜੀ, ਹਾਂਜੀ, ਰਜਿਸਟ੍ਰੇਸ਼ਨ ਵਾਸਤੇ ਪੈਨ, ਓਕੇ, ਪਹਿਲੀ ਬੇਸਿਕ ਪੈਨ ਆ ਗਿਆ। ਦੂਜਾ ਰਜਿਸਟਰ ਜਿਹੜਾ ਤੁਸੀਂ ਕੋਈ ਕੰਮ ਕਰਨਾ ਚਾਹੁੰਦੇ ਹੋ ਉਹਨੂੰ ਰਜਿਸਟਰ ਕਰਨ ਵਾਸਤੇ GST ਐਕਟ ਜਿਹੜਾ ਹੈਗਾ ਉਹਦੇ ਅੰਡਰ ਰਜਿਸਟਰਡ ਹੋਵੋਗੇ ਤੁਸੀਂ, ਕਿਉਂਕਿ ਬਿਜ਼ਨਸ ਦੀ ਉਹ ਆਈਡੀ ਮੰਗਦੇ ਨੇ ਤੁਹਾਡੇ ਕੋਲ ਬੈਂਕ ਵਾਲੇ, ਅਗਰ ਤੁਸੀਂ ਕਰੰਟ ਅਕਾਊਂਟ ਖੋਲ੍ਹਣਾ ਚਾਹੁੰਦੇ ਹੋ। ਕੋਈ ਵੀ ਨਾਨ ਰੈਜ਼ੀਡੈਂਟ ਜਿਹੜਾ ਹੈਗਾ ਆਪਣਾ NRO ਅਕਾਊਂਟ, ਸੇਵਿੰਗ ਅਕਾਊਂਟ ਜਿਹਨੂੰ ਅਸੀਂ ਕਹਿੰਦੇ ਆ, NRO ਅਕਾਊਂਟ ਬਿਨਾਂ ਬਿਜ਼ਨਸ ਤੋਂ ਹੀ ਖੋਲ ਸਕਦੇ ਹੋ। ਜੀ ਜੀ, ਤੁਹਾਨੂੰ ਕੋਈ ਬਿਜ਼ਨਸ ਨਹੀਂ ਹੈ, ਤੁਸੀਂ ਪੈਨ ਦੀ ਕਾਪੀ ਨਾਲ ਪੈਨ ਲੈ ਜਾਓ ਨਾਲ, ਆਪਣਾ ਜਿਹੜੀ ਆਈਡੀ ਹੈਗੀ ਹੈ ਜਿੱਦਾਂ KYC ਕਹਿੰਦੇ ਨੋ ਯੂਰ ਕਲਾਇੰਟਸ, ਉਹਦੇ ਵਿੱਚ ਹੈਗਾ ਤੁਹਾਡਾ ਉਹੀ ਪਾਸਪੋਰਟ ਹੋਏਗਾ, ਤੁਹਾਡਾ ਰੈਜ਼ੀਡੈਂਸ਼ੀਅਲ ਐਡਰੈਸ ਦੀ ਕਾਪੀ ਹੋਏਗੀ ਜਿਹੜਾ ਨਾਲ ਆਈਡੀ ਦੇਣੀ ਪਏਗੀ। ਉਹ 3 ਚੀਜ਼ਾਂ ਦੇ ਕੇ ਤੁਸੀਂ ਸੇਵਿੰਗ ਅਕਾਊਂਟ ਖੋਲ ਸਕਦੇ ਹੋ। ਉਹ ਨਾਨ ਰੈਜ਼ੀਡੈਂਟ ਆਰਡੀਨਰੀ ਅਕਾਊਂਟ ਹੋਏਗਾ। ਓਕੇ, ਜਿਹੜਾ ਬਿਜ਼ਨਸ ਦਾ ਅਕਾਊਂਟ ਖੋਲ੍ਹਣਾ ਅਸੀਂ ਉਹਦੇ ਵਾਸਤੇ ਸਾਨੂੰ ਬਿਜ਼ਨਸ ID ਰਜਿਸਟਰਡ ਕਰਾਉਣੀ ਪੈਂਦੀ ਹੈ। ਉਹ 2 ਚੀਜ਼ਾਂ ਹੀ ਹੁੰਦੀਆਂ ਨੇ, 2 ਵਾਂਗਰ ਹੀ ਹੁੰਦੀਆਂ ਨੇ। ਇੱਕ ਜਿਹੜੀ ਤੁਸੀਂ GST ਰਜਿਸਟ੍ਰੇਸ਼ਨ ਕਰਾ ਲਈ ਆਪਣੀ, ਉਹ ਹੈਗਾ ਇੰਡੀਵਿਜੂਅਲ ਲੋਕਾਂ ਵਾਸਤੇ ਜਿਨ੍ਹਾਂ ਇਕੱਲੇ ਨੇ ਕੰਮ ਕਰਨਾ। ਅਗਰ ਤੁਸੀਂ ਪਾਰਟਨਰਸ਼ਿਪ ਇੱਥੇ ਕਰਨਾ ਚਾਹੁੰਦੇ ਹੋ, ਪਾਰਟਨਰਸ਼ਿਪ ਡੀਡ ਉਹ ਰਜਿਸਟਰ ਕਰਾਉਣੀ ਪਏਗੀ ਫॉर ਰਜਿਸਟਰ ਆਫ ਜਿਹੜਾ ਫਾਰਮਸ ਐਂਡ ਸੁਸਾਇਟੀਜ਼ ਉਹਦੇ ਕੋਲ ਹੁੰਦੀ ਹੈ। ਉੱਥੋਂ ਤੁਹਾਨੂੰ ਫਾਰਮ A and C ਮਿਲ ਜਾਂਦਾ। ਫਾਰਮ A and C ਲੈ ਕੇ ਯੂ ਕੈਨ ਓਪਨ ਬੈਂਕ ਅਕਾਊਂਟ ਵਿਦ ਪੈਨ, ਫਾਰਮ A and C ਤੇ ਪਾਰਟਨਰਸ਼ਿਪ ਡੀਡ ਦੇ ਕੇ ਆਪਣੀ ਪਾਰਟਨਰਸ਼ਿਪ ਕੰਸਰਨ ਦਾ ਬੈਂਕ ਅਕਾਊਂਟ ਤੁਸੀਂ ਕਰੰਟ ਅਕਾਊਂਟ ਖੋਲ ਸਕਦੇ ਹੋ। ਬਿਜ਼ਨਸ ਤੁਹਾਡਾ ਉਹਦੇ ਨਾਲ ਚੱਲ ਸਕਦਾ। NRE ਤੇ NRO ਚ ਕੀ ਫਰਕ ਹੈਗਾ ਜੀ? ਰੰਧਾਵਾ ਜੀ, NRE ਜਿਹੜਾ ਤੁਸੀਂ ਅਗਰ ਇਹਨੂੰ ਅਸੀਂ ਅਲਫਾ ਉੱਦਾਂ ਵੀ ਦੇਖੀਏ ਤਾਂ ਨਾਨ ਰੈਜ਼ੀਡੈਂਟ ਐਕਸਟਰਨਲ ਅਕਾਊਂਟ। ਓਕੇ, ਨਾਨ ਰੈਜ਼ੀਡੈਂਟ ਐਕਸਟਰਨਲ ਦਾ ਮਤਲਬ ਹੈ ਇੱਕ ਨਾਨ ਰੈਜ਼ੀਡੈਂਟ ਵਿਅਕਤੀ ਦਾ ਉਹ ਅਕਾਊਂਟ ਜਿਹਦੇ ਵਿੱਚ ਪੈਸੇ ਬਾਹਰੋਂ ਜਮ੍ਹਾਂ ਹੁੰਦੇ ਨੇ। ਓਕੇ, ਉਹਦੇ ਵਿੱਚ ਫੋਰਨ ਕਰੰਸੀ ਆਏਗੀ। ਉਹ ਅੱਛਾ ਜੀ, ਉਹਦੇ ਜਿਹੜੀ ਮਨੀ ਸਟੈਗ ਹੋਏਗੀ ਉਹ 'ਤੇ ਤੁਹਾਨੂੰ ਜਿਹੜਾ ਵਿਆਜ ਮਿਲੇਗਾ ਉਹ ਇਨਕਮ ਟੈਕਸ ਦੇ ਵਿੱਚ ਉਹ ਐਗਜ਼ੈਂਪਟਡ ਆ, ਉੱਥੇ ਤੁਹਾਨੂੰ ਕੋਈ ਟੈਕਸ ਨਹੀਂ ਪਏਗਾ। ਅੱਛਾ ਜੀ, ਲੋੜ ਪੈਣ 'ਤੇ ਅਗਰ ਤੁਸੀਂ ਪੈਸਾ ਉਹ ਰੀਪੈਟਰੀਏਟ ਕਰਦੇ ਹੋ, ਤੁਹਾਨੂੰ ਜਿਹੜੀ ਕਰੰਸੀ ਤੁਸੀਂ ਉਹ ਜਮ੍ਹਾਂ ਕਰਾਓਗੇ ਉਸੇ ਕਰੰਸੀ ਵਿੱਚ ਵੀ ਮਿਲ ਸਕਦਾ। ਓਕੇ, ਉਹਦੇ ਵਿੱਚ ਤੁਸੀਂ ਪੈਸਾ ਇੰਡੀਆ 'ਚ ਕਢਾ ਸਕਦੇ ਹੋ, ਇੰਡੀਅਨ ਕਰੰਸੀ ਤੁਹਾਨੂੰ ਵਿਡਰਾ ਹੋ ਸਕਦਾ, ਪਰ ਉਹਦੇ ਵਿੱਚ ਜਿਹੜੀ ਇੰਡੀਅਨ ਕਰੰਸੀ ਨਹੀਂ ਜਮ੍ਹਾਂ ਹੋਏਗੀ। ਅੱਛਾ ਜੀ, ਇੰਡੀਅਨ ਕਰੰਸੀ ਦੇ ਵਿੱਚ ਜਿਹੜਾ ਹੈਗਾ ਉਹ ਨਾਨ ਰੈਜ਼ੀਡੈਂਟ ਆਰਡੀਨਰੀ। ਮੈਂ NRE ਦਾ ਇੱਕ ਕੁਐਸਚਨ ਇਹਦੇ ਚ ਹੋਰ ਹੁੰਦਾ, ਜਿਵੇਂ NRI ਤੁਸੀਂ ਦੱਸਿਆ ਕਿ ਸਿਰਫ ਫੋਰਨ ਕਰੰਸੀ ਇਹਦੇ ਚ ਜਮ੍ਹਾਂ ਹੁੰਦੀ ਹੈ ਨਾ, ਕੀ ਉਹ ਜਿਹੜਾ ਜਿਹਨੇ ਬਿਜ਼ਨਸ ਕਰਨਾ ਉਹ ਅਮਰੀਕਾ ਤੋਂ ਜਾਂ ਕੈਨੇਡਾ ਤੋਂ ਜਾਂ ਇੰਗਲੈਂਡ ਤੋਂ ਹੀ ਆਪਣੀ ਫੋਰਨ ਕਰੰਸੀ ਜਮ੍ਹਾਂ ਕਰਾ ਸਕਦਾ ਕਿ ਇੱਥੇ ਆਣ ਕੇ ਕੈਸ਼ ਵੀ? ਨਹੀਂ, ਕੈਸ਼ ਤੇ ਹੋ ਹੀ ਨਹੀਂ ਸਕਦਾ। ਕੈਸ਼ ਨਹੀਂ ਹੋ ਸਕਦਾ। ਕੈਸ਼ ਜਿਹੜੇ ਡਾਲਰ ਨੇ ਨਾ ਜੀ, ਇੰਡੀਅਨ ਕਰੰਸੀ ਤੁਹਾਨੂੰ ਦੱਸਿਆ ਹੋਣੀ ਨਹੀਂ ਉਹਦੇ ਚ ਨਹੀਂ ਜਮ੍ਹਾਂ। ਕੈਸ਼ ਡਾਲਰ ਨਹੀਂ ਜਾਂ ਕੋਈ ਹੋਰ ਹੋਣਗੇ? ਨਹੀਂ, ਇੰਡੀਅਨ ਕਰੰਸੀ ਨਹੀਂ ਹੋਣੀ। ਉੱਥੋਂ ਦੇ ਡਾਲਰ ਸਪੋਜ਼ ਤੁਹਾਡੇ ਕੋਲ ਕੈਸ਼ ਆ ਗਏ, ਲੈ ਕੇ ਆਇਓ, ਹਾਂਜੀ, ਉਹੀ ਜਮ੍ਹਾਂ ਹੋਣਗੇ ਜਿਹੜੇ ਤੁਸੀਂ ਉਹ ਜਮ੍ਹਾਂ ਹੋ ਸਕਦੇ ਜਿਹੜੇ ਤੁਸੀਂ 에ਅਰਪੋਰਟ ਤੇ ਡਿਕਲੇਅਰ ਕਰਕੇ ਆਇਓ। ਜੀ, ਉੱਥੇ ਕਰੰਸੀ ਡੈਕਲੇਰੇਸ਼ਨ ਫਾਰਮ ਲੱਗੇਗਾ, CDF ਕਹਿੰਦੇ ਅਸੀਂ ਉਹਨੂੰ। 에ਅਰਪੋਰਟ ਤੋਂ ਸਟੈਂਪ ਲਵਾ ਕੇ ਲਿਆਓਗੇ, ਉਹ ਬੈਂਕ 'ਚ ਦੇ ਦਿਓਗੇ ਤੇ ਬੈਂਕ ਉਹਨੂੰ ਕੰਸੀਡਰ ਕਰ। ਅਦਰਵਾਈਜ਼ ਨਹੀਂ, ਅਦਰਵਾਈਜ਼ ਨਹੀਂ, ਕਿਉਂਕਿ ਆਮ ਤੌਰ ਤੇ ਪੁੱਛਿਆ ਨਹੀਂ ਜਾਂਦਾ 에ਅਰਪੋਰਟ ਤੇ ਕਿ ਤੁਸੀਂ ਕਿੰਨੇ ਦਾਲ ਲੈ ਕੇ ਜਾਂਦੇ, ਸਿਰਫ ਜਵਾਨੀ ਜੇ ਪੁੱਛ ਲੈਂਦਾ, ਪਰ ਡੈਕਲੇਰੇਸ਼ਨ ਫਾਰਮ ਨਹੀਂ ਹੁੰਦਾ ਉੱਥੇ। ਹਾਂ, ਉਹ ਇੱਕ ਬੰਦੇ ਨੂੰ ਖੁਦ ਅਲਰਟ ਹੋਣਾ ਪੈਂਦਾ ਜੀ, ਇਹ ਮੈਂ ਕਰੰਸੀ ਜਾ ਕੇ ਇਹਨੂੰ ਵਾਈਟ ਡਿਕਲੇਅਰ ਕਰਨੀ ਹੈ, ਬੈਂਕ 'ਚ ਜਮ੍ਹਾਂ ਕਰਾਣੀ ਹੈ। ਉਹਦੇ ਵਾਸਤੇ ਉਹਨੂੰ ਖੁਦ ਜਾ ਕੇ ਉੱਥੇ ਕਾਊਂਟਰ ਤੇ ਕਹਿਣਾ ਪੈਂਦਾ ਜੀ ਮੇਰੇ ਕੋਲ ਇੰਨੀ ਕਰੰਸੀ ਹੈ। ਇੰਡੀਅਨ 에ਅਰਪੋਰਟ ਤੇ ਪੁੱਛਿਆ? ਇੰਡੀਅਨ 에ਅਰਪੋਰਟ ਤੇ ਨਾ, ਉਧਰੋਂ ਨਹੀਂ ਜੀ, ਇੰਡੀਅਨ ਪੋਰਟ ਤੇ ਜਿੱਥੇ ਵੀ ਉਤਰੋਗੇ ਤੁਸੀਂ, ਉਹ ਇਮੀਗ੍ਰੇਸ਼ਨ ਆਫਿਸ ਚੋਂ ਹੀ ਉੱਥੋਂ ਮਿਲਦੀ ਜਦੋਂ ਕਸਟਮ ਵਾਲਿਆਂ ਕੋਲ, ਕਸਟਮ ਵਾਲਿਆਂ ਦੇ ਕਾਊਂਟਰ ਤੇ ਤੁਸੀਂ ਜਾਓਗੇ। ਇਮੀਗ੍ਰੇਸ਼ਨ ਤੇ ਜਿਹੜੀ ਹੁੰਦੀ ਹੈ ਨਾ, ਉਹ ਸੈਪਰੇਟ ਹੈ, ਉਹ ਹੈਗਾ ਹੋਮ ਮਿਨਿਸਟਰੀ ਦਾ। ਰਾਈਟ। ਜਿਹੜਾ ਕਸਟਮ ਦੀ ਵਿੰਗ ਹੈਗੀ ਉਹ ਹੈਗੀ ਫਾਈਨਾਂਸ ਮਿਨਿਸਟਰੀ ਦੇ ਅੰਡਰ। ਰਾਈਟ। ਉਹ ਤੁਹਾਨੂੰ ਜਿਹੜਾ ਤੁਸੀਂ ਉਹਦੇ ਕੋਲ ਡੈਕਲੇਰੇਸ਼ਨ ਫਾਰਮ ਤੁਹਾਨੂੰ CDF ਦੇ ਦੇਣਗੇ, ਉਹੀ ਤੁਸੀਂ ਬੈਂਕ ਨੂੰ ਜਾ ਕੇ ਦਿਖਾਣਾ ਤੇ ਉਹ ਵਾਈਟ ਹੋ ਗਈ। ਜਿਹੜਾ ਤੁਸੀਂ ਲੋਕਲ ਅਕਾਊਂਟ ਖੋਲ੍ਹਣਾ ਸੇਵਿੰਗ ਦਾ, ਜਿੱਦਾਂ ਆਪਾਂ ਪਹਿਲਾਂ, ਉਹ ਨਾਨ ਰੈਜ਼ੀਡੈਂਟ ਆਰਡੀਨਰੀ ਅਕਾਊਂਟ ਆ। ਤੁਹਾਡੀ ਇੱਥੇ ਕੋਈ ਇਨਕਮ ਸ਼ੁਰੂ ਹੋ ਗਈ ਹੈ, ਤੁਹਾਨੂੰ ਕੋਈ ਪ੍ਰਾਪਰਟੀ ਲਈ ਉਹਦਾ ਕੋਈ ਕਿਰਾਇਆ ਆ ਰਿਹਾ। ਸਾਡੇ ਕਈ ਭਰਾਵਾਂ ਨੂੰ ਜਿਹੜੇ ਇੱਥੋਂ ਗਏ ਨੇ ਉਹਨਾਂ ਨੂੰ ਇੱਥੇ ਐਗਰੀਕਲਚਰ ਮਿਲਦੀ ਹੈ, ਹੜ੍ਹ ਦੇ ਜ਼ਮੀਨਾਂ ਦਿੱਤੀਆਂ ਹੋਈਆਂ ਨੇ, ਉਹ ਪੈਸੇ ਵੀ ਨਾਨ ਰੈਜ਼ੀਡੈਂਟ ਆਰਡੀਨਰੀ ਅਕਾਊਂਟ 'ਚ ਜਮ੍ਹਾਂ ਹੁੰਦੇ ਆ। ਓਕੇ। ਇੱਕ ਬੜੀ ਬਿਊਟੀ ਹੈ, ਜਿਹੜਾ ਇੱਕ ਹੋਰ ਅਕਾਊਂਟ ਹੈ ਜਿਹੜੇ ਸਾਡੇ ਨਾਨ ਰੈਜ਼ੀਡੈਂਟ ਭਰਾਵਾਂ ਵਾਸਤੇ, ਉਹ ਕਹਿੰਦਾ FCNRE। ਅੱਛਾ ਜੀ। ਫੋਰਨ ਕਰੰਸੀ ਨਾਨ ਰੈਜ਼ੀਡੈਂਟ ਐਕਸਟਰਨਲ ਅਕਾਊਂਟ। ਅੱਛਾ। ਉਹ ਪੈਸਾ ਉਹਦੇ 'ਚ ਫੋਰਨ ਕਰੰਸੀ ਜਮ੍ਹਾਂ ਹੋਣੀ ਹੈ ਤੇ ਫੋਰਨ ਹੀ ਨਿਕਲਣੀ ਹੈ। ਓਕੇ। ਤੇ ਜਦੋਂ ਜਿਹੜਾ ਤੁਹਾਨੂੰ ਇੰਟਰਸਟ ਮਿਲਣਾ ਉਹ ਵੀ ਫੋਰਨ ਕਰੰਸੀ 'ਚ ਹੀ ਮਿਲਣਾ, ਜਿਹੜੀ ਕਰੰਸੀ ਤੁਸੀਂ ਜਮ੍ਹਾਂ ਕਰਾਏ ਹੋਏਗੇ। ਤੁਸੀਂ ਅਮਰੀਕਨ ਡਾਲਰ 'ਚ ਅਗਰ ਅਕਾਊਂਟ ਖੋਲ੍ਹ ਲਿਆ, ਅਮਰੀਕਨ ਡਾਲਰ ਜਮ੍ਹਾਂ ਕਰਾਏ ਨੇ, ਤੇ ਤੁਹਾਨੂੰ ਜਿਹੜਾ ਇੰਟਰਸਟ ਮਿਲਣਾ ਉਹ ਵੀ ਉਸੇ ਡਾਲਰ 'ਚ ਹੀ ਮਿਲਣਾ। ਓਕੇ। ਤੇ ਉਹ ਪੈਸਾ ਵੀ ਵਿਦਆਊਟ ਐਨੀ ਪ੍ਰਾਇਰ ਪਰਮਿਸ਼ਨ ਆਫ RBI ਤੁਸੀਂ ਵਾਪਸ ਲਿਜਾ ਸਕਦੇ ਹੋ। ਓਕੇ ਓਕੇ। ਉਹਦੀ ਇਹ ਬਿਊਟੀ ਤੁਹਾਡੇ ਕੋਲ। ਇਹ ਜਿਹੜਾ ਅਕਾਊਂਟ ਆ ਇਹ ਬਿਜ਼ਨਸ ਅਕਾਊਂਟ ਨਾਲ ਰਿਲੇਟਡ ਹੈ ਕਿ ਇਹ ਪਰਸਨਲ ਹੈ? ਜਿਹੜੇ ਇਹਨਾਂ ਦਾ ਵਿਡਰਾਲ ਹੈ ਨਾ, ਇਹ ਪਰਸਨਲੀ ਅਕਾਊਂਟ। ਓਕੇ। ਪਰ ਇਹਨਾਂ ਦਾ ਵਿਡਰਾਲ
ਅਸੀਂ ਪਰ ਬਿਜ਼ਨਸ ਪਰਪਸ ਵਾਸਤੇ ਕਰ ਸਕਦੇ ਹਾਂ। ਓਕੇ, ਉੱਥੋਂ ਪੈਸਾ ਕਢਾ ਕੇ ਆਪਣੇ ਬਿਜ਼ਨਸ ਕਸਟਮਰ 'ਚ ਪਾ ਸਕਦੇ ਹਾਂ। ਓਕੇ, ਉਹਦਾ ਸਿਰਫ ਬੈਨੀਫਿਟ ਇੰਨਾ ਹੀ ਹੈ ਵੀ ਉਹ ਪੈਸੇ ਦੀ ਫਰਦਰ ਰੀਪੈਟਰੀਏਸ਼ਨ ਦੀ ਕੋਈ ਪ੍ਰਾਇਰ ਪਰਮਿਸ਼ਨ ਦੀ ਲੋੜ ਨਹੀਂ ਹੈ। ਵੀ ਤੁਸੀਂ ਚੈੱਕ ਕੱਟੋ ਪੈਸਾ ਬਾਹਰ, ਤੁਹਾਡਾ ਵਿਆਜ ਵੀ ਜਿਹੜਾ ਹੈ ਉੱਤੇ ਵੀ ਟੈਕਸ ਨਹੀਂ ਪੈਂਦਾ ਇੱਥੇ ਇੰਡੀਆ ਦੇ ਵਿੱਚ, ਤੇ ਜਿਹੜਾ ਵਿਆਜ ਵੀ ਮਿਲਣਾ ਉਹ ਵੀ ਤੁਹਾਨੂੰ ਉਸੇ ਕਰੰਸੀ 'ਚ ਮਿਲਣਾ ਜਿਸ ਕਰੰਸੀ ਤੁਸੀਂ ਅਕਾਊਂਟ ਖੋਲ੍ਹਿਆ ਹੋਏਗਾ। ਜੀ ਜੀ, ਇਹ ਬਹੁਤ ਵੱਡਾ, ਕਿਉਂਕਿ ਉੱਥੇ ਤੁਸੀਂ ਦੇਖਿਆ ਨਾ ਅਮਰੀਕਾ, ਨਾ ਕੈਨੇਡਾ, ਨਾ ਆਸਟ੍ਰੇਲੀਆ ਤੁਹਾਡੇ ਸੇਵਿੰਗ ਮਨੀ ਸਟੈਕ ਹੋਏ ਤਾਂ ਤੁਹਾਨੂੰ ਵਿਆਜ ਨਹੀਂ ਮਿਲਦਾ। ਜੀ, ਇੱਥੇ ਵਿਆਜ ਮਿਲਦਾ। ਇੱਥੇ ਮਿਲਦਾ। ਉਹ ਲੋਕ ਫਿਰ ਚਾਹੁੰਦੇ ਚੱਲ ਠੀਕ ਹੈ ਵੀ ਇੱਕ ਪਾਸੇ ਪੈਸਾ ਪਿਆ, ਸੇਫ ਹੈ ਪੈਸਾ ਬੈਂਕ ਦੇ ਵਿੱਚ, ਓਕੇ, ਵਿਆਜ ਨਾਲ ਉਹ ਮਲਟੀਪਲਾਈ ਥੋੜਾ ਪਤਾ ਤੇ ਹੋ ਰਿਹਾ ਨਾ। ਜੀ, ਫਿਰ ਉਹਦੇ 'ਚ ਜਿਹੜਾ ਡਾਲਰ ਹੈ ਉਹਦਾ ਲਾਸ ਕੋਈ ਨਹੀਂ। ਜੋ ਡਾਲਰ ਤੁਸੀਂ $10 ਅੱਜ ਜਮ੍ਹਾਂ ਕਰਾਏ ਨੇ ਤੇ ਤੁਸੀਂ 4 ਸਾਲ ਬਾਅਦ ਵੀ $10 ਕਢਾਉਂਦੇ ਹੋ, ਤੇ ਜੇ $10 ਪਹਿਲਾਂ 60 ਰੁਪਏ ਦਾ ਸੀ ਅੱਜ 80 ਦਾ ਹੋ ਗਿਆ ਤਾਂ ਤੁਹਾਨੂੰ 80 ਹਿਸਾਬ ਨਾਲ ਹੀ ਮਿਲਦਾ ਨਾ। ਇਹ ਜ਼ਿਆਦਾ ਵਧੀਆ। ਇਹ ਫੋਰਨ ਕਰੰਸੀ ਜਿਹੜਾ ਨੌਨ ਰੈਜ਼ੀਡੈਂਟ ਐਕਸਟਰਨਲ ਅਕਾਊਂਟ ਹੈ ਉਹ ਬਹੁਤ ਬੈਟਰ ਹੈ, ਜਿਨ੍ਹਾਂ ਕੋਲ ਸਰਪਲਸ ਮਨੀ ਪਈ ਹੈ ਜੀ, ਉਹਨਾਂ ਵਾਸਤੇ। ਉਹ ਸਿਰਫ ਬੈਂਕ 'ਚ ਰੱਖਣ ਲਈ, ਬੈਂਕ 'ਚ ਰੱਖਣ ਵਾਸਤੇ ਵੀ ਸੇਫ ਹੈ, ਨਾ ਬਿਜ਼ਨਸ ਕਰਨ ਵਾਸਤੇ, ਨਾ ਲਾਸ ਨਹੀਂ ਹੁੰਦਾ। ਬਹੁਤ ਵਧੀਆ ਇਹ ਗੱਲ ਹੈਗੀ ਹੈ। ਹੁਣ ਜਿਹੜਾ ਅਸੀਂ ਮੈਨੂੰ ਨਹੀਂ ਲੱਗਦਾ ਕਿ ਸਾਡੇ ਜਿਹੜੇ NRI ਭਰਾ ਆ ਉਹਨਾਂ ਨੂੰ ਪਤਾ ਹੋਊਗਾ। ਬਹੁਤ ਰੇਅਰ ਹੈ। ਉਮੀਦ ਕਰਦੇ ਹਾਂ ਕਿ ਸਾਡੇ ਥਰੂ ਅੱਜ ਬਹੁਤ ਸਾਰੇ NRI ਭਰਾਵਾਂ ਨੂੰ ਆਹ ਨਵੀਂ ਗੱਲ ਦਾ ਪਤਾ ਲੱਗਿਆ ਹੋਊ ਕਿ ਜਿਹੜਾ ਜੇ ਤੁਸੀਂ ਅੱਜ ਜਿਵੇਂ ਦੱਸਿਆ ਛਾਬੜਾ ਸਾਹਿਬ ਨੇ ਕਿ ਤੁਸੀਂ ਜੇ ਅੱਜ ਉਹਦੀ ਵੈਲਿਊ ਜਿਹੜੀ 80 ਰੁਪਏ ਦੀ ਹੈਗੀ ਆ, ਤੇ ਕੱਲ ਨੂੰ ਤੁਸੀਂ ਕਿਤੇ 10 ਸਾਲਾਂ ਘਟਾਉਣਾ ਉਦੋਂ 100 ਰੁਪਏ ਵੀ ਵੈਲਿਊ ਹੈਗੀ, ਤੁਹਾਨੂੰ 100 ਰੁਪਏ ਦੇ ਡਾਲਰ ਹੀ ਮਿਲਣਾ, ਨਾ ਕਿ ਤੁਹਾਡਾ ਉਹ ਘਟ ਜਾਣਾ। ਤੇ ਇਹ ਸੇਫ ਮਨੀ ਕਹਿ ਸਕਦੇ ਆ। ਕਈ ਲੋਕ ਕਹਿੰਦੇ ਵਧੀਆ ਗੱਲ ਹੈ। ਕਈ ਲੋਕ ਕਹਿੰਦੇ ਪ੍ਰਾਪਰਟੀ ਇੱਥੇ ਖਰੀਦੀ ਹੈ ਜੀ, ਪ੍ਰਾਪਰਟੀ ਤੁਸੀਂ 4 ਸਾਲ ਬਾਅਦ ਵੇਚੋ, ਠੀਕ ਹੈ, ਤੁਹਾਨੂੰ ਉੱਥੇ ਪਰ ਉਹ ਡਾਲਰ ਦਾ ਰੇਟ ਘਟ ਪ੍ਰੀਮੀਅਮ ਮਿਲ ਜਾਏਗਾ, ਉਹ ਤਾਂ ਉਹਨਾਂ ਡਾਲਰ ਦਾ ਰੇਟ ਘਟਿਆ ਹੁੰਦਾ, ਤੁਹਾਨੂੰ ਕੋਈ ਉਹਦਾ ਵੱਡਾ ਬੈਨੀਫਿਟ ਇਹਦੇ ਵਿੱਚ। ਸਾਡੇ ਬਹੁਤ ਸਾਰੇ ਭਰਾ ਇਸ ਤਰ੍ਹਾਂ ਹੁੰਦੇ ਆ ਜੀ, ਉਹ ਇੱਥੇ ਪ੍ਰਾਪਰਟੀ ਖਰੀਦ ਲਈ ਅੱਜ ਦੀ ਡੇਟ 'ਚ, ਉਹਨਾਂ ਨੇ ਫਰਜ਼ ਕੀਤਾ, ਕੁਛ ਇਨਵੈਸਟਮੈਂਟ ਕਰਤੀ, ਉਧਰ ਦਾ $1,00,000 ਲਾਤਾ, ਇੱਧਰ ਰੇਟ ਹੈਗਾ ਡਾਲਰ ਦਾ 80 ਰੁਪਏ। ਜਦੋਂ ਉਹਨਾਂ ਨੇ ਵਾਪਸ ਵੇਚਣੀ ਆ ਤੇ ਉਹ ਜਦੋਂ ਵਾਪਸ ਪੈਸੇ ਲੈ ਕੇ ਜਾਣੇ ਉਹਨਾਂ ਨੂੰ ਉਦੋਂ ਘਾਟਾ ਬਹੁਤ ਪੈਂਦਾ, ਤੇ ਉਸ ਕਰਕੇ ਤੇ ਇਹ ਤਾਂ ਜ਼ਿਆਦਾ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦੇਣਾ। ਮੇਰੇ ਕਲਾਇੰਟ 2-3 ਸਾਲ ਪਹਿਲਾਂ ਆਏ ਜੀ ਜੀ, ਤੇ ਪ੍ਰਾਪਰਟੀ ਉਹਨਾਂ ਨੇ ਵੇਚਣੀ ਸੀਗੀ ਆਪਣੀ, ਤੇ ਮੇਰੇ ਕੋਲ ਉਹਨਾਂ ਨੇ ਕੰਸਲਟੇਸ਼ਨ ਦਿੱਤੀ ਵੀ ਇਹਨਾਂ ਦੀ ਵਿਕਦੀ ਪਈ ਹੈ, ਵਿਕਦੀ ਪਈ ਜੀ, ਸਾਰਾ ਉਹਨਾਂ ਦਾ ਅਸੀਂ ਜਿਹੜੀ ਪਲਾਨਿੰਗ ਸੀ ਤਿਆਰ ਕਰ ਦਿੱਤੀ, ਤੇ ਮਹੀਨੇ ਕੁ ਬਾਅਦ ਸਾਨੂੰ ਕੋਈ ਉਹਦਾ ਰਿਸਪੌਂਸ ਨਹੀਂ। ਅੱਛਾ, ਤੇ ਉਹ ਚਲੇ ਗਏ। ਹੁਣ ਇਹਨੇ ਨਹੀਂ ਗੱਲ ਬਣੀ ਵੇਚਣ ਦੀ। 2 ਸਾਲ ਬਾਅਦ ਆਏ। ਅੱਛਾ, ਲਾਸਟ ਤੇ 2-2.5 ਮਹੀਨੇ ਹੋਏ ਨਾ। ਉਹਨਾਂ ਦਾ ਕੇਸ ਰਿਵਿਊ ਕੀਤਾ ਦੁਬਾਰਾ, ਜਿੰਨੇ ਦੀ ਪਹਿਲਾਂ ਵਿਕਦੀ ਸੀ ਤੇ ਹੀ ਵਾਜ਼ ਹੈਪੀ ਵੀ ਮੈਨੂੰ ਹੁਣ ਪੈਸੇ ਜ਼ਿਆਦਾ ਮਿਲ ਰਹੇ ਨੇ। ਅੱਛਾ, ਵੀ ਕੈਲਕੁਲੇਟਡ ਵੀ ਤੈਨੂੰ ਪੈਸੇ ਜ਼ਿਆਦਾ ਨਹੀਂ ਮਿਲ ਰਹੇ, ਪਿਛਲੇ ਸਾਲ ਤੇਰੇ ਇੰਨੇ ਡਾਲਰ ਜਾਣੇ ਸੀ, ਹੁਣ ਤੇਰੇ ਇੰਨੇ ਡਾਲਰ ਜਾਣੇ ਨੇ ਉੱਥੇ। ਫਿਰ ਉਹ ਹੀ ਸਟਾਰਟਡ ਥਿੰਕਿੰਗ ਜੇ ਅਸੀਂ ਗਲਤੀ ਕਰ ਗਏ। ਬਿਲਕੁਲ, ਇਹ ਚੀਜ਼ਾਂ ਦੀ ਨੌਲੇਜ ਕੋਈ ਤੁਹਾਨੂੰ ਜਿਹੜਾ ਪ੍ਰੋਫੈਸ਼ਨਲ ਐਕਸਪਰਟ ਹੈ ਉਹ ਹੀ ਦੇ ਸਕਦਾ, ਲੇਮੈਨ ਨੂੰ ਨਹੀਂ ਪਤਾ ਹੈ। ਜਾਂ ਤੇ ਪ੍ਰੋਫੈਸ਼ਨਲ ਨੌਲੇਜ ਦੇ ਸਕਦਾ, ਜਾਂ ਜਿਹਨਾਂ ਨਾਲ ਬੀਤੀ ਹੋਵੇ, ਜਿਨ੍ਹਾਂ ਨਾਲ ਬੀਤੀ ਹੋਵੇ, ਉਹ ਫਿਰ ਦੂਜਿਆਂ ਨੂੰ ਕਹਿ ਦਿੰਦੇ ਨੇ, ਦੱਸਦੇ ਆ ਵੀ ਜੇ ਅਸੀਂ ਪ੍ਰਾਪਰਟੀ ਖਰੀਦਦੇ ਆ ਤੇ ਉੱਥੇ ਉਹਦਾ ਰੇਟ ਘੱਟ ਵੀ ਜਾਊਗਾ। ਇਹ ਨਹੀਂ ਹੈਗਾ। ਹੁਣ ਕਈ ਬੰਦਿਆਂ ਨੇ ਜੀ ਅੱਜ ਤੋਂ ਲਾ ਲਓ 10 ਸਾਲ ਜਾਂ 15 ਸਾਲ ਪਹਿਲਾਂ ਪ੍ਰਾਪਰਟੀਜ਼ ਇੱਥੇ ਖਰੀਦੀਆਂ, ਉਸ ਤੋਂ ਬਾਅਦ ਰਸੈਸ਼ਨ ਆ ਗਿਆ ਇੱਥੇ, ਤੇ ਰਸੈਸ਼ਨ ਆਉਣ ਨਾਲ ਇੱਕ ਤੇ ਪ੍ਰਾਪਰਟੀ ਦਾ ਪ੍ਰਾਈਸ ਜਿਹੜਾ ਘਟ ਗਿਆ ਤੇ ਡਾਲਰ ਦਾ ਵੱਧ ਗਿਆ। ਜੇ ਅੱਜ ਉਹ ਵੇਚ ਕੇ ਵਾਪਸ ਲੈ ਕੇ ਜਾਂਦੇ ਆ, ਉਹਨਾਂ ਨੂੰ ਕੁਝ ਵੀ ਨਹੀਂ ਮਿਲਣਾ, 25% ਵੀ ਮਿਲਣਾ ਜੋ ਉਹਨਾਂ ਨੇ ਇਨਵੈਸਟ ਕੀਤਾ ਸੀਗਾ। ਫਿਰ ਅਸੀਂ ਸਰ ਗੱਲ ਕਰ ਰਹੇ ਸੀ ਇਹਨਾਂ ਦੀ ਬਿਜ਼ਨਸ ਤੇ ਹੀ ਹੈ ਜੀ। ਹੁਣ ਅਸੀਂ ਇਹ ਸਾਰੇ ਬੈਂਕ ਅਕਾਊਂਟ ਅਸੀਂ ਖੋਲ ਲਏ ਜੀ। ਇਹ 3 ਸਟੈਪ ਹੋ ਗਏ। 3 ਸਟੈਪ ਹੋ ਗਏ ਵੀ ਕੌਣ ਕਿਵੇਂ ਕਿਸ ਤਰੀਕੇ ਨਾਲ ਆਪਾਂ ਇਹ ਅਕਾਊਂਟ। ਇੱਕ ਮੈਂ ਆਪਣੇ ਭਰਾਵਾਂ ਨੂੰ ਇਹ ਜ਼ਰੂਰ ਐਡਵਾਈਸ ਕਰਾਂਗਾ ਬਈ ਕਈ ਪ੍ਰੋਫੈਸ਼ਨਲਸ ਸਾਡੇ ਵਿੱਚ ਹੈਗੇ ਨੇ, ਦੱਸ ਦਿੰਦੇ ਲਓ ਜੀ ਸ਼ਾਰਟਕਟ ਕਰੋ, ਆਧਾਰ ਕਾਰਡ ਬਣਾਓ, ਰੋਂਗ ਡੈਕਲੇਰੇਸ਼ਨ ਦੇ ਦਿਓ। ਕਈ ਲੋਕ ਜਿਹੜੇ ਇੱਥੋਂ ਗਏ ਨੇ ਨਾ PR, ਮੈਂ ਤੁਹਾਨੂੰ ਇੱਕ ਲੂਪ ਹੋਲ ਦੱਸ ਦਿੰਦਾ ਜੀ। ਉਹਨਾਂ ਕੋਲ ਡਰਾਈਵਿੰਗ ਲਾਇਸੈਂਸ ਇੱਥੇ ਸੀਗਾ, ਪਹਿਲੀ ਵਾਰੀ ਡਰਾਈਵਿੰਗ ਲਾਇਸੈਂਸ ਜਿਹੜਾ ਇੰਡੀਆ 'ਚ ਮਿਲਦਾ ਅਪ ਟੂ ਏਜ ਆਫ 40 ਈਅਰਸ। ਜੇ ਤੁਸੀਂ 18 ਸਾਲ ਦੇ ਹੋ ਗਏ ਹੋ, ਤੁਸੀਂ ਲਾਇਸੈਂਸ ਅਪਲਾਈ ਕੀਤਾ, ਤਾਂ ਉਹ ਤੁਹਾਡੀ ਟਿਲ ਏਜ ਆਫ ਯੂਰ 40 ਅੱਛਾ ਜੀ ਉਹ ਤਾਂ ਵੈਲਿਡ ਹੁੰਦਾ। ਠੀਕ ਹੈ, ਉਹ ਬੰਦਾ 30-35 ਸਾਲ ਚਾਹੁੰਦਾ, ਉਹ ID ਵੈਲਿਡ ਆ, ਉਹ ਲਗਾ ਕੇ ਤੇ ਆਧਾਰ ਕਾਰਡ ਬਣਾ ਲੈਂਦੇ ਨੇ ਜਿਹੜੇ ਲੂਪ ਹੋਲਸ ਨੇ। ਕਈ ਕੀ ਕਰਦੇ ਨੇ, ਆਪਣੇ ਸਰਪੰਚ ਦੇ ਕੋਲੋਂ ਲਿਖਾ ਲਿਆ ਜੀ ਬੰਦਾ ਇੱਥੇ ਰਹਿ ਰਿਹਾ, ਕਿਉਂਕਿ ਇਹ ਡਾਕੂਮੈਂਟ ਡੈਜ਼ਿਗਨੇਟਡ ਨੇ ਫਾਰ ਗੈਟਿੰਗ ਆਧਾਰ ਕਾਰਡ ਜੀ ਜੀ। ਤੇ ਉਹ ਲੋਕ ਸ਼ਾਰਟਕਟ ਵਰਤਦੇ ਨੇ। ਅਸੀਂ ਹਰ ਵਾਰੀ ਕਹਿੰਦੇ ਆ ਵੀ ਤੁਸੀਂ ਅਗਰ ਕੋਈ ਬਿਜ਼ਨਸ ਵੀ ਕਰਨਾ ਤਾਂ ਉੱਥੇ ਇੱਦਾਂ ਦੇ ਡਾਕੂਮੈਂਟ ਨਾ ਲਗਾਓ, ਕਿਉਂਕਿ ਤੁਹਾਡੇ ਜਿਹੜੇ ਓਰੀਜਨਲ ਡਾਕੂਮੈਂਟਸ ਨੇ ਉੱਥੋਂ ਦੇ, ਉਹ ਤੁਹਾਡੇ ਅਸੈਪਟੇਬਲ ਨੇ ਇੱਥੇ। ਓਕੇ, ਜਾਂਦੇ ਹੋ ਨਾ, ਉਹ ਤੋਂ ਕੋਈ ਪ੍ਰੋਬਲਮ ਆਵੇ, ਤੁਹਾਡਾ ਉੱਥੋਂ ਦਾ ਪਾਸਪੋਰਟ ਮੰਨਿਆ ਜਾਂਦਾ ਹੈ, ਉੱਥੋਂ ਦਾ ਤੁਹਾਡਾ OCI ਮੰਨਿਆ ਜਾਂਦਾ ਹੈ। ਰੈਜ਼ੀਡੈਂਸ਼ੀਅਲ ਐਡਰੈਸ ਦਾ ਅਗਰ ਤੁਹਾਡੇ ਕੋਲ, ਕਈਆਂ ਕੋਲ OCI ਨਹੀਂ ਹੈ,
ਫਿਰ ਉਸ ਕੰਟਰੀ ਦਾ ਜਿਹੜਾ ਤੁਹਾਡਾ ਉੱਥੇ ਬੈਂਕ ਅਕਾਊਂਟ ਤੁਸੀਂ ਚਲਾ ਰਹੇ ਹੋ ਉਹਦੀ ਇੱਕ ਮਹੀਨੇ ਦੀ ਸਟੇਟਮੈਂਟ ਦੇ ਦਿਓ ਇਹਨਾਂ ਨੂੰ, ਉੱਥੇ ਐਡਰੈਸ ਹੁੰਦਾ ਤੁਹਾਡਾ, ਉਹ ਵੀ ਐਕਸੈਪਟੇਬਲ ਹੈਗਾ। ਪੈਨ ਵਾਸਤੇ ਵੀ ਇਹ ਵੀ ਚੱਲ ਜਾਂਦਾ ਸਾਡਾ। ਇਸ ਕਰਕੇ ਜਿਹੜੇ ਅਸੀਂ ਅਗਰ ਲੀਗਲ ਵੇ ਨਾਲ ਅਸੀਂ ਕੋਈ ਕੰਮ ਕਰਨਾ ਚਾਹੁੰਦੇ ਹਾਂ ਤੇ ਲੀਗਲ ਡਾਕੂਮੈਂਟ ਹੀ ਹੋਣੇ ਚਾਹੀਦੇ ਨੇ, ਕਿਉਂਕਿ ਸਾਨੂੰ ਤਾਂ ਪਤਾ ਸੀ ਨੌਨ ਰੈਜ਼ੀਡੈਂਟ ਲਿਆ ਕੇ ਆਧਾਰ ਪਕੜਾ ਦਈਏ ਤੇ ਨੌਨ ਰੈਜ਼ੀਡੈਂਟ ਖਤਮ ਹੋ ਗਿਆ। ਕਿਉਂਕਿ ਰੰਧਾਵਾ ਜੀ ਆਧਾਰ ਕਾਰਡ ਦਾ ਪਿੱਛੇ 2020 'ਚ ਹੀ ਸਿਰਫ ਨੋਟੀਫਿਕੇਸ਼ਨ ਆਈ ਹੈ ਵੀ ਜਿਹਦੇ ਕੋਲ OCI ਹੈਗਾ ਉਹ ਆਧਾਰ ਕਾਰਡ ਲੈ ਸਕਦਾ। ਹੁਣ ਲੋਕਾਂ ਨੂੰ ਉਹਦੇ ਵਿੱਚ ਜਿਹੜੀਆਂ ਪ੍ਰੋਵਾਈਜ਼ੋ ਨੇ ਉਹ ਨਹੀਂ ਪਤਾ ਹੁੰਦਾ। ਮੇਰੇ ਕੋਲ ਆਧਾਰ ਕਾਰਡ ਮੇਰੇ ਕੋਲ ਹੈਗਾ, ਆਪਣਾ OCI ਮੈਂ ਲੈ ਲਿਆ, ਇਹ ਤਾਂ ਨਹੀਂ ਮੈਂ ਆ ਕੇ ਇੱਥੇ। ਪਰ ਇਹਦੇ 'ਚ ਜਿਵੇਂ ਤੁਸੀਂ ਦੱਸਿਆ ਪ੍ਰੋਵੀਜ਼ਨ ਹੁੰਦਾ ਇੱਕ, ਕਿੰਨਾ ਚਿਰ ਬੰਦਾ ਇੱਥੇ ਰਵੇ ਕਿ ਆਧਾਰ ਕਾਰਡ ਅਪਲਾਈ ਕਰ ਸਕਦਾ? ਹਾਂ, ਮੈਂ ਉਹੀ ਕਹਿ ਰਿਹਾ ਨਾ, ਮੈਂ ਦੱਸਣ ਲੱਗਾ ਸੀ ਇਹ ਨਹੀਂ ਹੈਗਾ ਜੀ ਮੈਂ ਉੱਥੋਂ OCI ਲੈ ਕੇ ਆਇਆ ਤੇ ਇੰਡੀਆ ਲੈਂਡ ਕੀਤਾ ਤੇ ਆ ਕੇ ਆਧਾਰ ਕਾਰਡ ਲੈ ਲਿਆ। ਨਹੀਂ ਮਿਲੇਗਾ ਤੁਹਾਨੂੰ ਆਧਾਰ ਕਾਰਡ। ਤੁਹਾਨੂੰ ਜਿਹੜੀ ਇਨਕਮ ਟੈਕਸ ਦੇ ਵਿੱਚ ਜਾਂ ਫੈਮਾ ਦੇ ਵਿੱਚ ਕੰਡੀਸ਼ਨ ਹੈ ਵੀ ਤੁਹਾਡਾ ਸਟੇ ਇੰਨਾ ਚਾਹੀਦਾ ਮੋਰ ਦੈਨ 6 ਮੰਥ। ਤੁਸੀਂ ਇੰਡੀਆ ਆ ਕੇ ਰਹਿੰਦੇ ਹੋ ਦੈਨ ਯੂ ਆਰ ਇੰਟਾਈਟਲਡ, ਤੁਹਾਨੂੰ ਕਿਸੇ ਨੇ ਨਹੀਂ ਰੋਕਣਾ। ਤੁਹਾਡੀ ਉਹਨਾਂ ਨੇ ਪਾਸਪੋਰਟ ਦੀ ਕਾਪੀ ਲੈਣੀ ਹੈ, ਕਦੋਂ ਆਏ, ਕਿੰਨੀ ਦੇਰ ਹੋ ਗਈ ਤੁਹਾਨੂੰ ਆਇਆ, ਉਹ ਨਾਲ ਲੱਗ ਕੇ ਤੁਹਾਨੂੰ ਆਧਾਰ ਕਾਰਡ ਮਿਲ ਜਾਏਗਾ। ਫਿਰ ਤੁਹਾਡਾ ਆਧਾਰ ਕਾਰਡ ਦੇ ਉੱਤੇ ਸਟੇਟਸ ਵੀ ਤੁਹਾਡਾ ਨੌਨ ਰੈਜ਼ੀਡੈਂਟ ਹੋਏਗਾ, ਨਾਲ ਲਿਖਿਆ ਹੋਏਗਾ ਉੱਥੋਂ ਦਾ ਐਡਰੈਸ। ਇਹ ਨਹੀਂ ਹੈਗਾ ਵੀ ਇੰਡੀਅਨ ਵਾਂਗਰ ਬਣੇਗਾ ਤੇ ਉਹੀ ਆਧਾਰ ਕਾਰਡ ਦਾ ਨੰਬਰ ਤੇ ਕੰਟੀਨਿਊ ਉਹੀ ਚੱਲਦਾ 12 ਡਿਜਿਟ ਦਾ ਹੈਗਾ ਪਰ ਉਹਦੀ ਇੱਕ ਕੈਟੇਗਰੀ ਉਹ ਜਿਹੜਾ ਡਿਪਾਰਟਮੈਂਟ ਕੋਲ ਗਵਰਨਮੈਂਟ ਦੇ ਕੋਲ ਹੈ ਡਾਟਾ, ਉਹ ਨੌਨ ਰੈਜ਼ੀਡੈਂਟ ਦਾ ਅਲੱਗ ਹੈ। ਜਿੱਦਾਂ ਪੈਨ ਦਾ ਲੈ ਲਓ, ਅਸੀਂ ਪੈਨ ਨੌਨ ਰੈਜ਼ੀਡੈਂਟ ਡਾਟਾ ਸਾਡੀ ਗਵਰਨਮੈਂਟ ਅਲੱਗ ਇਕੱਠਾ ਕਰਦੀ ਡਿਪਾਰਟਮੈਂਟ, ਦੂਜਿਆਂ ਦਾ ਅਲੱਗ ਹੁੰਦਾ। ਇਸ ਕਰਕੇ ਹੈਗਾ ਵੀ ਸਾਨੂੰ ਡਾਕੂਮੈਂਟ ਜਿਹੜੇ ਜੈਨੂਅਨ ਡਾਕੂਮੈਂਟ ਹੈ ਨਾ ਉਹ ਲਾਓ, ਆਪਣਾ ਸਟੇਟਸ ਨਾ ਲੁਕਾਓ। ਤੁਹਾਡੇ ਕਹਿਣ ਦਾ ਮਤਲਬ ਪੈਨ ਕਾਰਡ ਨਾਲ ਬੰਦਾ ਬਿਜ਼ਨਸ ਇੱਥੇ ਸਟਾਰਟ ਕਰ ਸਕਦਾ? ਹਾਂ, ਪੈਨ ਨਾਲ ਕਰ ਸਕਦਾ ਹੈ। ਪੈਨ ਤੋਂ ਬਾਅਦ ਤੁਸੀਂ ਇੱਥੇ ਕੋਈ ਜਿਹੜਾ ਬਿਜ਼ਨਸ ਚਾਹੁੰਦੇ ਹੋ GST ਰਜਿਸਟਰਡ ਕਰਾਓ, ਹਾਂ ਉਹਨੂੰ GST 'ਚ ਰਜਿਸਟਰਡ ਹੋ ਜਾਓ। ਕੋਈ ਅਗਰ ਤੁਸੀਂ ਟ੍ਰੇਡਿੰਗ ਕਰਨੀ ਹੈ, ਕੋਈ ਮੈਨੂਫੈਕਚਰਿੰਗ ਕਰਨੀ ਹੈ, ਕਿਉਂਕਿ GST ਜਿਹੜਾ ਗੁੱਡਸ ਐਂਡ ਸਰਵਿਸ ਟੈਕਸ ਹੈ ਉਹਦੇ ਅਗਰ ਕੋਈ ਪ੍ਰੋਫੈਸ਼ਨ ਸ਼ੁਰੂ ਕਰਨਾ ਚਾਹੁੰਦੇ ਉਹ ਵੀ ਕਰ ਸਕਦੇ ਆ। ਗੁੱਡਸ ਐਂਡ ਸਰਵਿਸ ਇਕੱਠਾ ਹੈਗਾ। ਇੱਥੇ ਸਿਰਫ ਇਹਨਾਂ ਨੇ ਕੰਡੀਸ਼ਨ ਲਾਈ ਹੈ ਵੀ ਇਮੀਡੀਏਟਲੀ ਕੰਪਲਸਰੀ ਨਹੀਂ ਹੈ ਕੰਮ GST ਲੈਣਾ। ਇੱਥੇ ਇੱਕ ਬੇਸਿਕ ਹੈਗੀ ਹੈ ਜਿਹੜੀ ਕੁਆਂਟਮ ਹੈਗਾ। ਅਗਰ ਕੋਈ ਤੁਸੀਂ ਸਰਵਿਸਿਜ਼ ਦਾ ਕੰਮ ਕਰਨਾ ਚਾਹੁੰਦੇ ਹੋ, ਮੈਂ ਵਕੀਲ ਹਾਂ, ਕੋਈ ਇੰਜੀਨੀਅਰ ਆਉਂਦਾ ਉੱਧਰੋਂ, ਕੋਈ ਪ੍ਰੋਫੈਸ਼ਨਲ ਸਰਵਿਸਿਜ਼ ਕਰਨਾ ਚਾਹੁੰਦਾ, ਉਹਦੀ ਅਗਰ 20 ਲੱਖ ਦੇ ਨੇੜੇ ਪਹੁੰਚੇਗੀ ਜਿਸ ਵੇਲੇ ਸਰਵਿਸਿਜ਼ ਦੀ ਜਿਹੜੀਆਂ ਟੋਟਲ ਹੈਗੀਆਂ, ਦੈਨ ਹੀ ਕੰਪਲਸਰੀ ਟੂ ਬੀ ਰਜਿਸਟਰਡ। ਉਸ ਤੋਂ ਪਹਿਲਾਂ ਨਹੀਂ ਲੋੜ ਹੈਗੀ। ਤੇ ਜੇ ਕੋਈ ਟ੍ਰੇਡਿੰਗ ਕਰਨਾ ਚਾਹੁੰਦੇ ਉਹਦੀ 40 ਲੱਖ ਹੈ। 40 ਲੱਖ ਤੋਂ ਉੱਪਰ ਤੁਹਾਡੀ ਟ੍ਰੇਡਿੰਗ ਵਧੇਗੀ ਤਾਂ ਤੁਹਾਡੇ ਵਾਸਤੇ ਕੰਪਲਸ਼ਨ ਹੈ ਟੂ ਗੈਟ ਰਜਿਸਟਰਡ, ਅਦਰਵਾਈਜ਼ 40 ਤੋਂ ਥੱਲੇ ਤੁਸੀਂ ਉੱਦਾਂ ਵੀ ਕੰਮ ਕਰ ਸਕਦੇ ਹੋ ਪੈਨ ਦੇ ਬੇਸ ਦੇ ਉੱਤੇ ਕਰਕੇ। ਬਿਲਕੁਲ। ਦੈਟ ਮਤਲਬ ਪੈਨ ਡਾਕੂਮੈਂਟ ਜਿਹੜਾ ਹੈਗਾ ਟੂ ਰਨ ਬਿਜ਼ਨਸ ਇਜ਼ ਅ ਮਸਟ। ਦੂਸਰਾ ਹੈਗਾ ਵੀ ਜੇ ਤੁਹਾਡੇ ਕੋਲ ਉੱਥੇ ਫੋਰਨ ਪਾਸਪੋਰਟ ਹੈ, ਜੇ ਤੁਸੀਂ OCI ਨਹੀਂ ਲਿਆ ਹੋਇਆ ਤੇ ਤੁਹਾਡੇ ਤੇ ਬਿਜ਼ਨਸ ਦੀਆਂ ਰੈਸਟ੍ਰਿਕਸ਼ਨਸ ਹੈਗੀਆਂ। ਫੋਰਨ ਪਾਸਪੋਰਟ ਦੇ ਨਾਲ ਤੁਹਾਡਾ ਜਿਹੜਾ ਸਟੇਟਸ ਹੈ ਫੋਰਨ ਨੈਸ਼ਨਲ ਹੈ। NRI ਤੇ ਹੈਗਾ ਸਬ ਟਾਈਟਲ ਹੈ ਪਰ ਉਹ ਫੋਰਨ ਨੈਸ਼ਨਲ ਹੈ। OCI ਜਿਸ ਵੇਲੇ ਤੁਸੀਂ ਲੈ ਲੈਂਦੇ ਹੋ, OCI ਦੇ ਵਿੱਚ ਤੁਹਾਨੂੰ ਸੇਮ ਰਾਈਟ NRI ਵਾਲੇ ਮਿਲਦੇ ਨੇ, ਇੱਧਰਲੇ ਮਿਲਦੇ ਨੇ। ਕੋਈ ਵੀ ਬਿਜ਼ਨਸ ਕਰਨ ਵਾਸਤੇ ਤੁਹਾਨੂੰ ਪ੍ਰਾਇਰ ਪਰਮਿਸ਼ਨ ਦੀ ਲੋੜ ਨਹੀਂ ਹੈ। ਇੱਥੇ ਇੱਕ ਪ੍ਰੀਜ਼ੰਪਸ਼ਨ ਬਣੀ ਕਿ ਬਿਜ਼ਨਸ ਖੋਲ੍ਹਣਾ ਜੀ, ਪਾਰਟਨਰਸ਼ਿਪ ਕਰ ਲਵੋ, 51 ਉਹਦੇ ਹੋਣੇ ਚਾਹੀਦੇ। ਇੱਥੇ ਇਦਾਂ ਦੀ ਕੋਈ ਨਹੀਂ। ਇੱਕ ਕੱਲਾ ਨੌਨ ਰੈਜ਼ੀਡੈਂਟ ਵੀ ਪ੍ਰੋਪਰਾਈਟਰ ਬਣ ਸਕਦਾ, ਅਸੀਂ ਬਣਾਈਆਂ ਹੋਈਆਂ ਨੇ। 2 ਨੌਨ ਰੈਜ਼ੀਡੈਂਟ ਰਲ ਕੇ ਵੀ ਆਪਣਾ ਬਿਜ਼ਨਸ ਕਰ ਸਕਦੇ ਨੇ ਜਿਨ੍ਹਾਂ ਕੋਲ OCI ਹੈਗਾ ਵਿਦਆਊਟ ਐਨੀ ਪਰਮਿਸ਼ਨ। ਤੇ OCI ਤੁਹਾਨੂੰ ਪਤਾ ਬੈਨੀਫੀਸ਼ੀਅਲ ਹੈਗਾ ਜਿਸ ਵਿਅਕਤੀ ਨੇ ਕਿਸੇ ਵੀ ਕੰਟਰੀ ਦੀ ਲੈ ਲਈ ਹੋਈ ਹੈ ਸਿਟੀਜ਼ਨਸ਼ਿਪ, ਤੇ ਉਹਦੇ ਵਾਸਤੇ ਜ਼ਰੂਰੀ ਹੈ ਵੀ ਨੈਕਸਟ ਸਟੈਪ ਆਪਣਾ OCI ਹੁਣ ਜ਼ਰੂਰ ਲੈ ਲਵੇ। ਇੱਕ ਰਜਿਸਟ੍ਰੇਸ਼ਨ ਦਾ ਵਿੱਚ ਸਵਾਲ ਪੈਦਾ ਹੁੰਦਾ, ਰਜਿਸਟ੍ਰੇਸ਼ਨ ਕਿਹੜੀ ਤਰ੍ਹਾਂ ਦੀ ਹੁੰਦੀ ਹੈ? ਇੱਕ ਤਾਂ ਹੁੰਦਾ ਜੀ ਜਿਸ ਤਰ੍ਹਾਂ ਬਾਹਰ ਸਾਡੇ ਹੁੰਦਾ ਇਨਕਾਰਪੋਰੇਸ਼ਨ ਹੁੰਦੀ ਆ, S ਕਾਰਪੋਰੇਸ਼ਨ ਹੁੰਦੀ ਆ, LLC ਹੁੰਦੀ ਆ, ਇਸ ਤਰ੍ਹਾਂ ਦੀਆਂ ਹੁੰਦੀਆਂ। ਇੱਥੇ ਕਿਸ ਟਾਈਪ ਦੀ ਰਜਿਸਟ੍ਰੇਸ਼ਨ ਹੁੰਦੀ ਹੈ? ਇੱਥੇ ਰੰਧਾਵਾ ਜੀ ਪਹਿਲੇ ਬਿਜ਼ਨਸ ਲਈ ਸਪੈਸ਼ਲ ਉੱਥੇ ਤੁਹਾਡੀਆਂ ਜਿਹੜੀਆਂ ਇਨਕਾਰਪੋਰੇਸ਼ਨ ਕਹਿਣਗੇ ਭਾਵੇਂ ਤੁਸੀਂ ਇਕੱਲੇ ਡਾਇਰੈਕਟਰ ਹੋ ਇੱਥੇ ਨਹੀਂ ਹੈ। ਇੱਥੇ ਜਿਹੜਾ ਇਕੱਲਾ ਹੋਏਗਾ ਉਹੀ ਵਿਲ ਬੀ ਪ੍ਰੋਪਰਾਈਟਰਸ਼ਿਪ ਰਜਿਸਟਰਡ ਹੋ ਸਕਦੀ ਇੰਡੀਵਿਜੂਅਲ ਦੀ। ਨੈਕਸਟ ਕੈਟੇਗਰੀ ਆ ਜਾਂਦੀ ਪਾਰਟਨਰਸ਼ਿਪ ਫਰਮ ਦੀ। ਪਾਰਟਨਰਸ਼ਿਪ ਫਰਮ ਦੇ ਵਿੱਚ ਮੋਰ ਦੈਨ 1 ਮਿਨੀਮਮ 2 ਕੋਈ ਵੀ ਬੰਦੇ ਹੋਣ, ਉਹ ਆਪਾਂ ਅਗਰ ਜੁਆਇੰਟ ਵੈਂਚਰ ਰਲ ਕੇ ਕਰਦੇ ਨੇ ਉਹਨੂੰ ਅਸੀਂ ਪਾਰਟਨਰਸ਼ਿਪ ਡੀਡ ਕਹਿੰਦੇ ਆ, ਪਾਰਟਨਰਸ਼ਿਪ ਬਿਜ਼ਨਸ ਕਹਿੰਦੇ ਆ। ਪਾਰਟਨਰਸ਼ਿਪ ਬਿਜ਼ਨਸ ਨੂੰ ਪਹਿਲਾਂ ਪਾਰਟਨਰਸ਼ਿਪ ਡੀਡ ਹੈ ਜਿਹੜੀ ਪਾਰਟਨਰਸ਼ਿਪ ਐਕਟ ਦੇ ਅੰਡਰ ਰਜਿਸਟਰਡ ਕਰਾਉਣੀ ਜ਼ਰੂਰੀ ਹੈ ਰਜਿਸਟਰਾਰ ਦੇ ਕੋਲ। ਉਹ ਫਾਰਮ A ਤੇ C ਦਿੰਦੇ ਨੇ। C ਫਾਰਮ ਆਉਣ ਤੋਂ ਬਾਅਦ ਇਟ ਵਿਲ ਬੀ ਏ ਲੀਗਲ ਐਂਟਿਟੀ। ਕਿਤੇ ਵੀ ਕੋਰਟ 'ਚ ਵੀ ਜਾਣਾ, ਕਿਤੇ ਵੀ ਕਲੇਮ ਕਰਨੇ, ਤੁਹਾਡਾ ਫਾਰਮ C। ਮਤਲਬ ਜਿਵੇਂ ਪ੍ਰਾਈਵੇਟ ਲਿਮਟਿਡ ਵਗੈਰਾ ਉਹ ਕਰਾਉਣ ਦੀ ਲੋੜ ਨਹੀਂ ਹੈਗੀ। ਇਸ ਤੋਂ ਬਾਅਦ
ਤੁਹਾਡੀ ਮਰਜ਼ੀ ਹੈ। ਕਈ ਲੋਕ ਬ੍ਰਾਂਡ ਦੇ ਮਗਰ ਜਾਂਦੇ ਨੇ, ਬਿਜ਼ਨਸ ਦਾ ਬ੍ਰਾਂਡ ਹੁੰਦਾ, ਜੇ ਪ੍ਰਾਈਵੇਟ ਲਿਮਟਿਡ ਹੈ, ਇਹ ਲਿਮਟਿਡ ਹੈ। ਇੱਕ ਨਵੀਂ ਸ਼ੁਰੂ ਹੋਈ ਹੈ LLP, ਅੱਛਾ, ਲਿਮਟਿਡ ਲਾਇਬਿਲਿਟੀ ਪਾਰਟਨਰਸ਼ਿਪ। ਓਕੇ, ਉਹਦੇ ਚ ਕਾਰਪੋਰੇਸ਼ਨ ਨਾਲੋਂ ਥੋੜਾ ਹਟ ਕੇ, ਪਰ ਉਹ ਬੀਇੰਗ ਕੰਟਰੋਲ ਅੰਡਰ ਕੰਪਨੀ ਐਕਟ, ਉਹ ਕੰਪਨੀ ਐਕਟ 'ਚ ਅਸੀਂ LLP ਵੀ ਕਰ ਸਕਦੇ ਹਾਂ ਰਜਿਸਟਰਡ, ਪ੍ਰਾਈਵੇਟ ਲਿਮਟਿਡ ਕੰਪਨੀ ਵੀ ਬਣਾ ਸਕਦੇ ਹਾਂ। ਇੱਕ ਸਟੇਟਸ, ਇੱਕ ਲਿਮਟਿਡ ਕੰਪਨੀ ਹੈ। ਇਹ ਇੱਥੇ ਬਿਜ਼ਨਸ ਦੀਆਂ ਅਲੱਗ-ਅਲੱਗ ਕੈਟੇਗਰੀਆਂ, ਜਿਹੜੀਆਂ ਐਡਮਿਨਿਸਟ੍ਰੇਟਿਵ ਕੈਟੇਗਰੀ, ਅਸੀਂ ਉਹਨਾਂ ਦੇ ਵਿੱਚ ਰਜਿਸਟਰਡ ਕਰਵਾ ਸਕਦੇ ਹਾਂ। ਜਿਹੜੀ ਕਾਰਪੋਰੇਟ ਹੈਗੀ, ਉਹਦੇ ਵਿੱਚ ਵੀ ਮਿਨੀਮਮ 2 ਡਾਇਰੈਕਟਰ ਚਾਹੀਦੇ ਨੇ, LLP ਦੇ ਵਿੱਚ ਵੀ 2 ਚਾਹੀਦੇ ਨੇ ਘੱਟ ਤੋਂ ਘੱਟ। ਓਕੇ ਜੀ। ਤੇ ਜਿਹੜੀ ਹੈਗੀ, ਇਹਦੇ ਚ ਜਿਵੇਂ 2 ਦੱਸਿਆ ਤੁਸੀਂ, 2 ਬਾਹਰਲੇ ਵੀ ਹੋ ਸਕਦੇ ਆ? ਦੋਨੋਂ ਬਾਹਰਲੇ ਵੀ ਹੋ ਸਕਦੇ ਨੇ, ਪ੍ਰੋਵਾਈਡਡ ਉਹਨਾਂ ਕੋਲ OCI ਹੋਵੇ। ਓਕੇ, ਹਾਂ। ਤੇ ਅਸੀਂ ਫੋਰਨ ਨੈਸ਼ਨਲ ਜਿਹੜੇ ਹੋਣਗੇ, ਦੈਨ ਉਹਨਾਂ ਨੂੰ ਇੰਡੀਅਨ ਲੈਣਾ ਜ਼ਰੂਰੀ ਹੋਏਗਾ। ਓਕੇ, ਨਾਲ ਇੱਕ ਥਰਡ ਬੰਦਾ ਜਾਂ ਇੱਕ ਬੰਦਾ ਨਾਲ, ਉਹ ਤੇ ਇੱਕ ਹੋਰ ਰੱਖ ਕੇ ਇੰਡੀਅਨ ਜ਼ਰੂਰ ਲੈਣਾ ਪਏਗਾ ਜੇ ਬੰਦਾ ਫੋਰਨ ਨੈਸ਼ਨਲ ਹੈ। ਅਦਰਵਾਈਜ਼ ਤੁਹਾਨੂੰ ਕੋਈ ਲੋੜ ਨਹੀਂ ਹੋਣੀ। ਅਦਰ ਜੇ OCI ਹੈਗਾ ਤੇ ਕਿਉਂਕਿ ਤੁਹਾਨੂੰ OC ਦਾ ਮਤਲਬ ਹੈ ਸਿੱਧਾ ਓਵਰਸੀਜ਼ ਸਿਟੀਜ਼ਨ ਆਫ ਇੰਡੀਆ। ਯੂ ਆਰ ਰਾਈਟ, ਯੂ ਆਰ ਬੀਇੰਗ ਜਸਟ ਲਾਈਕ ਡਿਊਲ ਸਿਟੀਜ਼ਨ, ਪਾਰਟਲੀ ਡਿਊਲ ਸਿਟੀਜ਼ਨਸ਼ਿਪ ਜਸਟ ਲਾਈਕ, ਮਤਲਬ ਇਹ ਨਹੀਂ ਹੈਗਾ ਆਈ ਨੋ ਇਹ ਵੀ ਲੋਕਾਂ ਪ੍ਰਜ਼ੰਪਸ਼ਨ ਹੈ ਸਿਟੀਜ਼ਨ ਡਿਊਲ ਹੋਵੇ, ਉਹ ਨਹੀਂ ਹੈਗੇ। ਤੁਹਾਨੂੰ ਸਿਟੀਜ਼ਨਸ਼ਿਪ ਵਾਲੇ ਰਾਈਟ ਨਹੀਂ ਹੈ ਉਹਦੇ। ਆਪਾਂ ਹੁਣ ਅਗਲਾ ਸਟੈਪ ਇਹੋ ਕਰੀਏ ਜੀ OCI ਬਾਰੇ। OCI ਦੀ ਡੈਫੀਨੇਸ਼ਨ ਕੀ ਹੈ? ਓਵਰਸੀਜ਼ ਸਿਟੀਜ਼ਨ ਆਫ ਇੰਡੀਆ ਜੀ। ਇਹ ਤੁਹਾਨੂੰ ਪਤਾ ਹੋਣਾ ਵੀ ਇੱਥੇ ਬੜੀ ਆਵਾਜ਼ ਉੱਠੀ ਸੀਗੀ ਵੀ ਸਾਨੂੰ ਡਿਊਲ ਸਿਟੀਜ਼ਨਸ਼ਿਪ ਦਿੱਤੀ ਜਾਵੇ, ਕਿਉਂਕਿ ਬਿਗ ਜੰਕ ਆਫ ਇੰਡੀਅਨਸ ਹਰ ਅਲੱਗ-ਅਲੱਗ ਕੰਟਰੀ ਦੇ ਵਿੱਚ ਜਾ ਚੁੱਕਾ। ਜੀ ਬਿਲਕੁਲ, ਛੋਟਾ ਨਹੀਂ ਹੈ। ਆਸਟ੍ਰੇਲੀਆ ਦੇਖ ਲਓ, ਉੱਥੇ ਵੀ ਹੈ, ਕੈਨੇਡਾ ਦੇਖ ਲਓ, ਨਿਊਜ਼ੀਲੈਂਡ, ਜਿੰਨੇ ਵੀ ਕੰਟਰੀ, ਭਾਵੇਂ ਉਹ ਕਈ ਵਾਰੀ ਕਹਿੰਦੇ ਨੇ ਜੀ ਉੱਥੇ ਐਟਮੋਸਫੀਅਰ ਬੜਾ ਠੰਡਾ ਹੈ ਜੀ, ਕਲਾਈਮੇਟ ਬੜਾ ਠੰਡਾ, ਈਵਨ ਦੈਨ ਸਾਡੀ ਇੰਡੀਅਨ ਉੱਥੇ ਗਏ ਹੋਏ ਜੀ। ਆਵਾਜ਼ ਉੱਠੀ ਸੀ ਕਿ 1990 ਦੇ ਵਿੱਚ, 89 ਦੇ ਵਿੱਚ, ਵੀ ਸਾਨੂੰ ਡਿਊਲ ਸਿਟੀਜ਼ਨਸ਼ਿਪ ਚਾਹੀਦੀ। ਜੀ। ਸਰ ਮਨਮੋਹਨ ਸਿੰਘ ਨੇ ਇੱਕ ਉਦੋਂ ਐਕਟ ਕੱਢਿਆ ਸੀ, ਉਦੋਂ ਸੀਗਾ ਪਰਸਨ ਆਫ ਇੰਡੀਅਨ ਓਰੀਜਨ, PIO ਕਾਰਡ ਸੀ, ਉਹ ਬੰਦ ਹੋਇਆ। ਉਹਨਾਂ ਨੇ ਦਿੱਤਾ, ਉਹਦੇ ਵਿੱਚ ਇੱਕ ਦਿੱਤਾ ਸੀਗਾ ਵੀ ਤੁਸੀਂ 15 ਸਾਲਾਂ ਬਾਅਦ, ਇਹਦੀ ਲਾਈਫ 15 ਸਾਲ ਹੋਏਗੀ, ਇਹਦਾ ਯੂ ਵੀਜ਼ਾ ਇਹਦੇ 'ਚ ਹੋਏਗਾ, ਤੁਸੀਂ 15 ਸਾਲ ਤੱਕ ਤੁਹਾਡਾ ਇਹੀ ਚੱਲੇਗਾ। ਤੇ ਉਹਦੇ ਰਾਈਟ ਕੁਝ ਰਿਸਟ੍ਰਿਕਟਡ ਸੀਗੇ, ਮੈਂ ਦੁਬਾਰਾ ਫਿਰ ਕਰਨਾ ਪੈਂਦਾ ਸੀਗਾ। 1995 ਦੇ ਵਿੱਚ ਫਿਰ ਇਹਨੂੰ ਰਿਪਲੇਸ ਕਰਕੇ ਉਹਨਾਂ ਨੇ ਉਸ, ਜਦੋਂ ਹੋਰ ਕਿਹਾ ਨਹੀਂ ਸਾਨੂੰ ਸਿਟੀਜ਼ਨਸ਼ਿਪ ਫੀਲਿੰਗ ਨਹੀਂ ਆ ਰਹੀ ਸਿਟੀਜ਼ਨਸ਼ਿਪ ਦੀ, ਫਿਰ ਉਹਨਾਂ ਨੇ ਕਿਹਾ ਵੀ ਇਹਨੂੰ ਓਵਰਸੀਜ਼ ਸਿਟੀਜ਼ਨ ਆਫ ਇੰਡੀਆ ਕਹਿ ਦਿੱਤਾ। ਲਾਈਫ ਲੌਂਗ ਤੁਹਾਡੇ ਕੋਲ ਇਹ ਡਾਕੂਮੈਂਟ ਆ, ਦੁਬਾਰਾ ਰਿਨਿਊ ਕਰਾਉਣ ਦੀ ਲੋੜ ਨਹੀਂ ਹੈ। ਫਿਰ ਹੈਗਾ ਵੀ ਇਹਦੇ ਵਿੱਚ ਜਿੱਦਾਂ ਵੀਜ਼ਾ ਵੀ ਦੁਬਾਰਾ ਲੈਣ ਦੀ ਲੋੜ ਨਹੀਂ ਹੈ, ਜਦੋਂ ਤੁਸੀਂ ਜਾਓ, ਜਦੋਂ ਮਰਜ਼ੀ ਆਓ। ਤੁਹਾਡਾ ਬੀਇੰਗ ਏ ਫੋਰਨ ਨੈਸ਼ਨਲ, ਤੁਹਾਡੇ ਕੋਲ ਪਾਸਪੋਰਟ ਆ, ਤੁਹਾਨੂੰ ਉਹ ਕੰਟਰੀ ਵੀ ਨਹੀਂ ਰੋਕਦੀ ਐਂਟਰੀ। OCI ਦੇ ਨਾਲ ਤੁਹਾਨੂੰ ਇੰਡੀਆ ਵੀ ਐਂਟਰੀ ਨਹੀਂ ਰੋਕਦਾ, ਕੋਈ ਦੁਬਾਰਾ ਵੀਜ਼ਾ ਲੈਣ ਦੀ ਲੋੜ ਨਹੀਂ ਹੈ। ਅਤੇ ਬਿਜ਼ਨਸ ਕਰਨ ਦੀਆਂ ਵੀ ਤੁਹਾਨੂੰ ਇਹ 'ਚ ਖੁੱਲ੍ਹ ਹੈ। ਪਰ OCI ਦੇ ਵਿੱਚ ਵੀ ਅਜੇ ਵੀ ਇੱਕ ਰੁਕਾਵਟ, ਇੱਕ ਰਿਸਟ੍ਰਿਕਸ਼ਨ ਹੈਗੀ ਹੈ ਵੀ ਤੁਸੀਂ ਐਗਰੀਕਲਚਰ ਲੈਂਡ ਇੰਡੀਆ ਦੇ ਵਿੱਚ ਪਲਾਂਟੇਸ਼ਨ ਤੇ ਐਗਰੀਕਲਚਰ ਲੈਂਡ ਨਹੀਂ ਖਰੀਦ ਸਕਦੇ। ਉਹ ਪਹਿਲੇ ਵੀ ਨਹੀਂ ਸੀ ਖਰੀਦ ਸਕਦੇ, ਨਾਨ ਰੈਜ਼ੀਡੈਂਟ ਜਿਹੜੇ ਸੀਗੇ, PIO 'ਚ ਵੀ ਨਹੀਂ ਸੀ ਖਰੀਦ ਸਕਦੇ, ਜਨਰਲ NRI ਉਹ ਵੀ ਨਹੀਂ ਖਰੀਦ ਸਕਦੇ। ਇਹਦੇ 'ਚ ਅਜੇ ਤੱਕ ਉਹ ਰਿਲੈਕਸੇਸ਼ਨ ਨਹੀਂ ਦਿੱਤੀ ਉਹਨਾਂ ਨੇ। ਲੱਗਦਾ ਆਉਣ ਵਾਲੇ ਸਮੇਂ 'ਚ ਦੇ ਦੇਣਗੇ। ਰਾਈਟ ਨਾਓ ਅੱਜ ਦੀ ਡੇਟ 'ਚ ਜੇ ਕੋਈ NRI ਚਾਹੁੰਦਾ ਕਿ ਮੈਂ ਖੇਤੀਬਾੜੀ ਦਾ ਬਿਜ਼ਨਸ ਕਰ ਲਾਂ, ਉਹ ਨਹੀਂ ਹੋਊਗਾ, ਕਿਉਂਕਿ ਆਪਾਂ ਅੱਜ ਬਿਜ਼ਨਸ ਦੀ ਗੱਲ ਕਰ ਰਹੇ ਹਾਂ। ਨਹੀਂ ਸਰ, ਬਿਜ਼ਨਸ ਕਰ ਸਕਦੇ ਹਾਂ, ਬਿਜ਼ਨਸ ਕਰ ਸਕਦੇ, ਜ਼ਮੀਨ ਨਹੀਂ ਖਰੀਦ ਸਕਦੇ। ਪਰ ਜ਼ਮੀਨ ਵੀ ਖਰੀਦ ਸਕਦੇ ਹਾਂ। ਅੱਛਾ, ਐਗਰੀਕਲਚਰ ਲੈਂਡ ਐਜ਼ ਇਟ ਇਜ਼ ਨਹੀਂ, ਮੈਂ ਕਹਾਂ ਕਲਟੀਵੇਸ਼ਨ ਵਾਸਤੇ, ਕਲਟੀਵੇਸ਼ਨ ਵਾਸਤੇ ਖਰੀਦਣੀ, ਮੈਂ ਨਹੀਂ ਖਰੀਦ ਸਕਦਾ। ਓਕੇ, ਪਲਾਂਟੇਸ਼ਨ ਹੈ ਉਹ ਨਹੀਂ ਖਰੀਦ ਸਕਦਾ। ਅਗਰ ਮੈਂ ਉੱਥੇ ਕੋਈ ਐਗਰੀਕਲਚਰ ਬੇਸਡ ਪ੍ਰੋਜੈਕਟ ਲਗਾਉਣਾ ਚਾਹੁੰਦਾ, ਕੋਈ ਪ੍ਰੋਸੈਸਿੰਗ ਯੂਨਿਟ ਲਗਾਉਣਾ ਚਾਹੁੰਦਾ ਵਾ, ਉਹਦੀ ਮੈਨੂੰ ਪੂਰੀ ਪ੍ਰੋਜੈਕਟ ਰਿਪੋਰਟ ਬਣਾ ਕੇ RBI ਨੂੰ ਭੇਜਣੀ ਪਏਗੀ। ਅੱਛਾ ਜੀ। ਫਿਰ ਮੈਨੂੰ ਉੱਥੋਂ ਪਰਮਿਸ਼ਨ ਮਿਲੇਗੀ ਵੀ ਠੀਕ ਹੈ ਵੀ ਤੁਹਾਡਾ ਪ੍ਰੋਜੈਕਟ ਵਾਇਬਲ ਹੈ, ਇਹਦੇ 'ਤੇ ਇੰਡੀਆ ਵੱਲੋਂ ਪਰਮਿਸ਼ਨ ਹੈ, ਗਵਰਨਮੈਂਟ ਵੱਲੋਂ, ਹੈ ਨਾ। ਫਿਰ ਤੁਹਾਨੂੰ ਉਹਦੀ ਪਰਮਿਸ਼ਨ ਮਿਲੇਗੀ ਟੂ ਬਾਏ ਦੈਟ ਲੈਂਡ ਫਾਰ ਦਿਸ ਪਰਟੀਕੁਲਰ ਪਰਪਸ। ਉਹਦੀ ਰਜਿਸਟਰੀ ਵੀ ਹੋ ਜਾਊ, ਜ਼ਮੀਨ ਉਹਦੀ ਰਜਿਸਟਰੀ ਵੀ ਹੋ ਜਾਏਗੀ ਉਸ ਕੰਪਨੀ ਦੇ ਨਾਂ 'ਤੇ, ਇੰਡੀਵਿਜੂਅਲ ਤਾਂ ਨਾਂ 'ਤੇ, ਪਾਰਟਨਰਸ਼ਿਪ ਫਰਮ ਉਹਦੇ ਨਾਂ 'ਤੇ ਵੀ ਹੋ ਜਾਏਗੀ। ਪਰ ਉਹ ਟੂ ਬੀ ਯੂਜ਼ਡ ਫਾਰ ਓਨਲੀ ਦੈਟ ਪਰਪਸ ਜਿਹੜਾ ਅਸੀਂ ਖੇਤੀਬਾੜੀ ਨਹੀਂ ਕਰ ਸਕਦੇ। ਹੁਣ ਇਹਦੇ 'ਚ ਹੁੰਦਾ ਸਪੋਜ਼ ਮੈਂ 50 ਏਕੜ ਦਾ ਜੰਕ ਇੱਕ ਲੈ ਲਿਆ ਫਾਰ ਦਿਸ ਪਰਪਸ, ਉਹਦੇ ਵਿੱਚ ਮੈਂ ਕਹਿੰਦਾ ਜੀ 3 ਏਕੜ ਦੇ ਵਿੱਚ ਮੇਰਾ ਤੇ ਪਲਾਂਟ ਲੱਗਣਾ, ਬਾਕੀ ਇਹ ਰਿਲੇਟਡ ਹੀ ਹੈ। ਜਿਹੜਾ ਜਿੱਦਾਂ ਮੈਂ ਕਹਿੰਦਾ ਮੈਂ ਉਹਦੇ ਗੰਨਾ ਮਿਲ ਲਾਣੀ ਹੈ, ਤੇ ਮੈਨੂੰ ਗੰਨਾ ਵੀ ਤਾਂ ਚਾਹੀਦਾ ਨਾ, ਫਿਰ ਮੈਂ ਕਲਟੀਵੇਸ਼ਨ ਉੱਥੋਂ ਕਰਵਾ ਸਕਦਾ। ਕੋਈ ਫੂਡ ਪ੍ਰੋਸੈਸਿੰਗ ਯੂਨਿਟ ਲਾਣੀਆਂ ਨੇ, ਮੈਂ ਕੈਚਅਪ ਬਣਾਉਣਾ ਚਾਹੁੰਦਾ ਵਾਂ, ਤੇ
ਉਹ ਤੇ ਮੇਰਾ ਪਲਾਂਟ ਤੇ ਇੱਕ ਅੱਧੇ ਏਕੜ 'ਚ ਹੀ ਲੱਗਣਾ, ਵੱਧ ਤੋਂ ਵੱਧ ਸਟੋਰੇਜ 2 ਏਕੜ ਹੋਰ ਬਣ ਜਾਏਗਾ। ਬਾਕੀ ਜਿਹੜੀ ਮੈਂ ਕਹਾਂਗੀ ਜੀ ਮੈਂ ਤਾਂ ਟਮਾਟਰ ਆਪਣੇ ਬੀਜਣੇ ਨੇ, ਉਸ ਪਰਪਸ ਤੇ ਮੈਨੂੰ ਮਿਲੇਗੀ। ਅੱਛਾ, ਮਿਲ ਸਕਦੀ ਉਹ ਦੈਟ ਇਜ਼ ਅ ਪਾਰਟ ਆਫ ਪ੍ਰੋਜੈਕਟ। ਹਾਂ, ਦੈਟ ਇਜ਼ ਅ ਪਾਰਟ ਆਫ ਪ੍ਰੋਜੈਕਟ। ਮੈਨੂੰ ਆਪਣੀ ਪ੍ਰੋਜੈਕਟ ਰਿਪੋਰਟ 'ਚ ਦਿੱਤਾ ਹੋਏਗਾ ਜੀ ਇੰਨੀ ਮੇਰੀ ਐਸ ਪਰਪਸ ਹੈ। ਕੋਈ ਲਿਮਿਟ ਨਹੀਂ ਵੀ ਜਿੰਨੀ ਮਰਜ਼ੀ ਨਾ, ਉਹ ਇਹ ਨਹੀਂ ਕਰ ਸਕਦਾ ਜੀ ਮੈਂ ਕਿਸੇ ਨੂੰ ਹਾੜੇ ਤੇ ਦੇਤੀ ਉਹ ਤੋਂ ਉਹ ਨਹੀਂ ਕਰ ਸਕਦਾ ਮੈਂ। ਓਕੇ। ਨਰੋਲ ਐਗਰੀਕਲਚਰ ਐਕਟੀਵਿਟੀਜ਼ ਉਹਦੇ ਤੇ ਮੈਂ ਨਹੀਂ ਕਰ ਸਕਦਾ। ਜੇ ਕਰਨੀ ਹੋਏਗੀ ਤਾਂ ਮੈਨੂੰ ਉਹ ਐਕਟੀਵਿਟੀ ਕਰਨੀ ਪਏਗੀ ਰਿਲੇਟਡ ਟੂ ਮਾਈ ਪ੍ਰੋਜੈਕਟ। ਜੇ ਗਲਤੀ ਨਾਲ ਕੋਈ ਖਰੀਦ ਹੀ ਲੈਂਦਾ, ਐਗਰੀਕਲਚਰ ਲੈਂਡ ਖਰੀਦ ਲੈਂਦਾ, ਆਮ ਪਟਵਾਰੀਆਂ ਨੂੰ ਨਹੀਂ ਪਤਾ ਵੀ ਉਹ ਕੌਣ ਆ, ਕਿੱਦਾਂ ਵੀ ਇਹ OCI ਹੈ ਜਾਂ NRI ਆ, ਫਿਰ ਉਹਦਾ ਕੀ ਪ੍ਰੋਸੈਸ ਆ? ਰੰਧਾਵਾ ਜੀ ਦੇਖੋ, ਆਮ ਪਟਵਾਰੀ ਨੂੰ ਤਾਂ ਪਤਾ ਹੀ ਨਹੀਂ। ਹੁਣ ਤੁਸੀਂ ਇੱਥੇ ਆਏ ਹੋ ਬਾਹਰੋਂ, ਤੁਸੀਂ ਬਾਹਰੋਂ ਇੰਡੀਆ ਜਾਂਦੇ ਹੋ, ਤੁਹਾਨੂੰ ਨਹੀਂ ਪਤਾ ਵੀ ਤੁਸੀਂ ਕਿੱਥੋਂ ਆ। ਪਹਿਰਾਵਾ ਵੀ ਸੇਮ ਹੈ। ਇਹ ਸਾਨੂੰ ਅਸੀਂ ਆਪ ਡਿਕਲੇਅਰ ਕਰਨਾ ਹੁੰਦਾ ਉੱਥੇ। ਡਿਕਲੇਅਰ ਆਪ ਕਰਨਾ। ਲੋਕ 2 ਗੱਲਾਂ ਤੋਂ ਡਰਦੇ ਹੋਏ ਆਪਣਾ ਆਇਡੈਂਟੀਟੀ, NRI ਆਇਡੈਂਟੀਟੀ ਲੁਕਾਉਂਦੇ ਨੇ। ਇਹ ਖਰੀਦਣ ਲੱਗਿਆ ਦੱਸਤਾ ਜੀ ਮੇਰੇ ਕੋਲ ਆਧਾਰ ਕਾਰਡ ਹੈਗਾ, ਕੋਈ ਫਰਕ ਨਹੀਂ ਪਿਆ, ਲੈ ਲਈ, ਕੋਈ ਰਿਸਟ੍ਰਿਕਸ਼ਨ ਨਹੀਂ ਆਈ। ਤੁਹਾਨੂੰ ਇਵਨ ਰਜਿਸਟਰ ਨੇ ਵੀ ਨਹੀਂ ਡਿਨਾਈ ਕਰਨਾ। ਲੋਕਲ ਟ੍ਰਾਂਜੈਕਸ਼ਨ ਅਗਰ ਜਿਹੜੀ ਪ੍ਰਾਪਰਟੀ ਇਨ ਬਿਟਵੀਨ ਲੋਕਲ ਰੈਜ਼ੀਡੈਂਟਸ ਹੈਗੇ ਨੇ, ਉਹ ਹੁੰਦੀ ਹੈ ਵੀ ਅਗਰ ਮੈਂ 50 ਲੱਖ ਤੋਂ ਵੱਧ ਕੋਈ ਰਜਿਸਟਰੀ ਕਰਾਉਣਾ ਵਾ ਤੇ ਜਿਹਨੂੰ ਮੈਂ ਪੇਮੈਂਟ ਕਰਨੀ ਉਹਦਾ ਮੈਂ 1% ਡਿਡਕਟ ਕਰਨਾ TDS ਐਟ ਸੋਰਸ। ਉਹ ਮੈਂ ਉਹਨੂੰ ਫਾਰਮ ਦੇ ਦੇਣਾ ਕਰਕੇ, ਤਾਂ ਕਿ ਜਦੋਂ ਰਿਟਰਨ ਭਰੇਗਾ ਕਲੇਮ ਕਰੇਗਾ। ਨੌਨ ਰੈਜ਼ੀਡੈਂਟ ਦੇ ਵਿੱਚ 20% ਪਲੱਸ ਸਰਚਾਰਜ ਹੁੰਦਾ, ਉਹ ਬਣ ਜਾਂਦਾ 21%। ਹੁਣ ਜਿਹੜਾ ਨੌਨ ਰੈਜ਼ੀਡੈਂਟ ਹੁੰਦਾ, ਜਦੋਂ ਮੈਂ ਵੇਚਣੀ ਹੈ ਮੈਨੂੰ ਉਦੋਂ ਪ੍ਰੋਬਲਮ ਆ ਗਈ ਨਾ। ਮੈਂ ਅਗਰ ਆਇਡੈਂਟੀਟੀ ਕੰਸੀਲ ਕਰਦਾ ਉਦੋਂ ਵੀ, ਉਹ ਮੇਰਾ ਇੰਡੀਅਨ ਮਨੀ ਹੈ, ਬੈਂਕ ਦੇ ਵਿੱਚ ਚਲਾ ਗਿਆ। ਮੈਂ ਚਾਹਾਂਗਾ ਜੀ ਮੈਂ ਉੱਥੇ ਬਾਹਰ ਲੈ ਜਾਣਾ ਚਾਹੁੰਦਾ, ਬੈਂਕ ਮੇਰੇ ਕੋਲ 5% TCS ਲਏਗਾ। ਫਿਰ ਇਹ ਜਿਹੜੀ ਆਇਡੈਂਟੀਟੀ ਕੰਸੀਲ ਕੀਤੀ ਹੈ ਮੈਂ, ਇਹਦੇ ਉੱਤੇ ਐਕਸ਼ਨ ਤੁਹਾਡੇ ਤੇ ਫੈਮਾ ਲੈ ਸਕਦਾ। ਕਿਉਂਕਿ ਜਿਹੜੀ ਐਗਰੀਕਲਚਰ ਲੈਂਡ ਖਰੀਦਣ ਦੀ ਰਿਸਟ੍ਰਿਕਸ਼ਨ ਫੈਮਾ ਨੇ ਲਗਾਈ ਹੋਈ ਹੈ। ਪਰਚੇਜ਼ ਨਹੀਂ ਕਰ ਸਕਦਾ ਮੈਂ, ਸੇਲ ਕਰ ਸਕਦਾ। ਮੇਰੇ ਕੋਲ ਅਗਰ ਉਸ ਐਂਸੈਸਟਰ ਪ੍ਰਾਪਰਟੀ ਪਈ ਹੋਈ ਹੈ, ਜਾਂ ਜਦੋਂ ਮੈਂ ਇੱਥੋਂ ਗਿਆ ਸੀ ਬਾਅਦ 'ਚ ਉੱਥੇ ਨੌਨ ਰੈਜ਼ੀਡੈਂਟ ਬਣ ਗਿਆ, ਤੇ ਮੈਂ ਉਹ ਪ੍ਰਾਪਰਟੀ ਸੇਲ ਕਰਨ ਦੀ ਮੇਰੇ ਤੇ ਕੋਈ ਰਿਸਟ੍ਰਿਕਸ਼ਨ ਨਹੀਂ ਹੈ। ਵੇਚਣ ਦੀ ਮੈਨੂੰ ਜਿਸ ਤਰ੍ਹਾਂ ਇਹਦੇ 'ਚ ਕੁਛ ਪਾਬੰਦੀਆਂ ਹੈਗੀਆਂ ਐਗਰੀਕਲਚਰ ਲੈਂਡ 'ਚ, ਕੋਈ ਹੋਰ ਵੀ ਬਿਜ਼ਨਸ ਇਸ ਤਰ੍ਹਾਂ ਦਾ ਹੈਗਾ ਜਿਹੜਾ ਵੀ NRI ਨਹੀਂ ਕਰ ਸਕਦੇ? ਕੋਈ ਇੱਦਾਂ ਦਾ ਬਿਜ਼ਨਸ ਨਹੀਂ ਹੈ ਜੀ, ਜੋ ਮਰਜ਼ੀ ਕਰ ਸਕਦੇ, ਜਿਹੜਾ ਬਿਜ਼ਨਸ ਮਰਜ਼ੀ ਕਰੇ। ਜਿਹੜੀਆਂ ਪਰਮਿਸ਼ਨਸ ਹੁੰਦੀਆਂ ਨੇ ਡਿਪਾਰਟਮੈਂਟਲ, ਉਹ NRI ਵਾਸਤੇ ਵੀ ਸੇਮ ਨੇ। ਉਹ ਦੂਜੇ ਸਪੋਜ਼ ਮੈਂ ਕਹਿੰਦਾ ਜੀ ਇੱਥੇ ਡਿਸਟਿਲਰੀ ਲਗਾਉਣੀ ਹੈ, ਉਹ ਰੈਜ਼ੀਡੈਂਟ ਵਾਸਤੇ ਵੀ ਮੈਨੂੰ ਪਰਮਿਸ਼ਨ ਐਕਸਾਈਜ਼ ਡਿਪਾਰਟਮੈਂਟ ਤੋਂ ਲੈਣੀ ਪੈਣੀ, ਗਵਰਨਮੈਂਟ ਤੋਂ ਲੈਣੀ ਪੈਣੀ ਹੈ, ਨੌਨ ਰੈਜ਼ੀਡੈਂਟ ਨੂੰ ਵੀ ਲੈਣੀ ਪੈਣੀ। ਉਹ ਸਾਰੀਆਂ ਸੇਮ ਨੇ। ਜਿਹੜੀਆਂ ਡਿਪਾਰਟਮੈਂਟਲ ਪਰਮਿਸ਼ਨਸ ਨੇ ਉਹ ਦੋਨਾਂ ਨੂੰ ਲੈਣੀਆਂ ਪੈਂਦੀਆਂ, ਰੈਜ਼ੀਡੈਂਟ ਨੂੰ ਵੀ ਨੌਨ ਰੈਜ਼ੀਡੈਂਟ ਨੂੰ ਵੀ। ਉਹਨਾਂ 'ਚ ਕੋਈ ਪ੍ਰੋਬਲਮ ਨਹੀਂ, ਬਿਜ਼ਨਸ ਤੌਰ 'ਤੇ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ। ਬਹੁਤ ਅੱਛਾ। ਅੱਛਾ ਛਾਬੜਾ ਸਾਹਿਬ, ਆਪਾਂ ਅਖੀਰ ਵਿੱਚ ਇੱਕ ਗੱਲ ਹੋਰ ਕਲੀਅਰ ਕਰ ਲਈਏ। ਬਹੁਤ ਸਾਰੇ ਸਾਡੇ ਜਿਹੜੇ NRI ਭਰਾ ਆ, ਉਹ ਇਸ ਕਰਕੇ ਇੱਥੇ ਬਿਜ਼ਨਸ ਨਹੀਂ ਕਰਨਾ ਚਾਹੁੰਦੇ ਕਿਉਂਕਿ ਇੱਥੇ ਸਿਸਟਮ ਨਹੀਂ ਠੀਕ। ਉਹਨਾਂ ਨੂੰ ਇਹ ਹੁੰਦਾ ਵੀ ਪਤਾ ਨਹੀਂ ਜੇ ਅਸੀਂ ਅਪਲਾਈ ਕੀਤਾ ਤੇ ਪਤਾ ਨਹੀਂ ਸਾਡਾ ਕਿਸ ਤਰ੍ਹਾਂ ਸਾਡੇ ਨਾਲ ਬਿਹੇਵ ਹੋਊਗਾ, ਸਾਡੇ ਕੋਲ ਰਿਸ਼ਵਤ ਮੰਗੀ ਜਾਊਗੀ, ਜਾਂ ਉਹਨਾਂ ਨੂੰ ਮਤਲਬ ਇੱਕ ਅੰਦਰੋਂ ਅੰਦਰੀ ਇੱਕ ਡਰ ਜਿਹਾ ਹੁੰਦਾ। ਉਸ ਕਰਕੇ ਬਹੁਤੇ ਜਿਹੜੇ ਸਾਡੇ NRI ਭਰਾ ਇੱਧਰ ਇਨਵੈਸਟਮੈਂਟ ਨਹੀਂ ਕਰਨਾ ਚਾਹੁੰਦੇ। ਪੇਪਰ ਵਰਕਸ ਤੋਂ ਲੈ ਕੇ ਤੇ ਸਾਰੀਆਂ ਪਰਮਿਸ਼ਨਸ ਲੈਣ ਤੱਕ ਅੱਜ ਕੱਲ੍ਹ ਜਿਹੜਾ ਮਾਹੌਲ ਕੀ ਚੱਲ ਰਿਹਾ? ਰੰਧਾਵਾ ਸਾਹਿਬ, ਪਤਾ ਕੀ ਹੈ, ਜੋ ਸਾਡਾ ਤਜਰਬਾ ਹੈਗਾ, ਇੱਕ ਹਰ ਇੱਕ ਜਿੱਦਾਂ ਸਪੋਜ਼ GST ਅਸੀਂ ਇੱਕ ਛੋਟੀ ਜਿਹੀ ਚੀਜ਼ ਲੈਂਦੇ ਹਾਂ, ਐਕਟ ਦੇ ਵਿੱਚ ਪ੍ਰਸਕ੍ਰਾਈਬਡ ਹੈ ਵੀ ਆਫਿਸਰ ਨੇ 30 ਦਿਨ ਦੇ ਵਿੱਚ ਵੀ ਤੁਹਾਡੀ ਫਾਈਲ ਕਲੀਅਰ ਕਰਨੀ ਹੈ ਅਪਲਾਈ ਕਰਨ ਤੋਂ ਬਾਅਦ। ਅਸੀਂ ਅੱਜ ਅਪਲਾਈ ਕਰਤਾ, ਜੇ ਕੋਈ ਡਾਕੂਮੈਂਟ ਰਿਕੁਆਇਰਡ ਹੈ ਉਹ ਕਲੈਰੀਫਿਕੇਸ਼ਨ ਵਾਸਤੇ ਸਾਨੂੰ ਆਨਲਾਈਨ ਡਾਕੂਮੈਂਟ ਮੰਗੇਗਾ ਸਾਡੇ ਕੋਲੋਂ। ਪ੍ਰੈਮਸਿਸ ਦੇਖਣੀ ਉਹਨੇ, ਉਹ ਅੱਜ ਸਾਰਾ ਕੁਝ ਦੇਖਦੇ ਨੇ। ਅਗਰ ਅਸੀਂ ਡਾਕੂਮੈਂਟ ਠੀਕ ਕੀਤੇ ਹੋਏ ਨੇ ਪ੍ਰੋਪਰਲੀ, ਤੇ ਤੁਹਾਨੂੰ ਕਿਸੇ ਨੂੰ ਰਿਸ਼ਵਤ ਦੇਣ ਦੀ ਲੋੜ ਨਹੀਂ ਹੈ। ਕਈ ਹੁੰਦਾ ਜੀ ਮੈਂ ਅੱਜ ਕੀਤਾ ਤੇ ਮੈਨੂੰ ਹਫ਼ਤੇ ਬਾਅਦ ਮਿਲ ਜਾਵੇ, ਪ੍ਰੋਵੀਜ਼ਨ ਹੈ। ਪ੍ਰੋਵੀਜ਼ਨ ਇਨ ਦਾ ਸੈਂਸ ਵੀ ਆਫਿਸਰ ਨੂੰ ਕਿਹਾ ਵੀ 30 ਦਿਨ ਦੇ ਵਿੱਚ ਉਹ ਤੁਹਾਨੂੰ ਤੀਜੇ ਦਿਨ ਵੀ ਦੇ ਸਕਦਾ ਅਫਸਰ ਜੀ, ਹੈ ਨਾ। ਉਹ ਹੈਗਾ ਵੀ ਜੇ ਤੁਸੀਂ ਡਾਕੂਮੈਂਟ ਪ੍ਰੋਪਰ ਲਗਾਏ ਨੇ, ਵੈਰੀਫਿਕੇਸ਼ਨ ਪ੍ਰੋਪਰ ਹੈਗੀ, ਤੁਹਾਨੂੰ ਕਾਹਲੀ ਕਰਨ ਦੀ ਕੀ ਲੋੜ ਹੈ, ਮਿਲ ਜਾਣੇ ਨੇ ਜੀ। ਉਹ ਦੇਖੋ ਜਿਹੜੀ ਰਿਸ਼ਵਤ ਹੁੰਦੀ ਹੈ ਨਾ, ਐਵੇਂ ਨਹੀਂ ਦਿੱਤੀ ਜਾਂਦੀ। ਡੋਨੇਸ਼ਨ ਤਾਂ ਹੈ ਨਹੀਂ ਹੈ, ਮੇਰੇ ਕੋਲ ਪੈਸੇ ਪਏ ਨਾ ਬਾਅਦ ਪੈ ਦੇ ਦਿੱਤੇ। ਸਿਰਫ ਤੁਸੀਂ ਫੇਵਰ ਲੈਣ ਵਾਸਤੇ ਕਰਦੇ ਹੋ। ਫੇਵਰ ਕਦੋਂ ਲਈ ਜਾਂਦੀ ਹੈ? ਜਾਂ ਤੁਹਾਡੇ ਕੋਲ ਡਾਕੂਮੈਂਟ ਗਲਤ ਹੋਣ ਜਾਂ ਤੁਹਾਡੀ ਐਕਟੀਵਿਟੀਜ਼ ਗਲਤ ਹੋਣ। ਦੋ ਜਗ੍ਹਾ ਤੇ ਫੇਵਰ ਲੈਣੇ ਨਾ। ਫਿਰ ਅਫਸਰ ਵੀ ਕਦੀ ਐਕਟ ਤੋਂ ਬਾਅਦ ਤੇ ਕੰਮ ਕਰਦਾ ਹੀ ਨਹੀਂ ਜਾ ਕੇ, ਵਿਦਿਨ ਫਰੇਮਵਰਕ ਆਫ ਐਕਟ ਕਰਨਾ। ਤੇ ਜਿਹੜਾ ਮੇਰੇ ਭਰਾਵਾਂ ਦੇ ਵਿੱਚ ਆਈ ਹੋਈ ਹੈ ਨਾ, ਵਹਿਮ ਆਇਆ ਹੋਇਆ ਵੀ ਉੱਥੇ ਜਾ ਕੇ ਕਰਨਾ ਪਏਗਾ, ਸਾਨੂੰ ਇੱਦਾਂ ਦੀ ਕੋਈ ਪ੍ਰੋਬਲਮ ਨਹੀਂ ਆਈ। ਸਾਡੇ ਕੋਲ NRI ਯੂਨਿਟ ਜਿਹੜੀਆਂ ਹੁੰਦੀਆਂ ਬਣਾਉਂਦੇ ਆ,
ਪਰ ਜੇ ਅਸੀਂ ਡਾਕੂਮੈਂਟੇਸ਼ਨ ਪ੍ਰੋਪਰ ਹੈਗੀ ਫਿਰ ਸਾਨੂੰ ਕੀ ਸਮੱਸਿਆ ਜੀ। ਬਹੁਤ ਅੱਛਾ ਜੀ। ਇਹ ਸਨ ਦਲਜੀਤ ਸਿੰਘ ਛਾਬੜਾ ਜੀ, ਜਿਨ੍ਹਾਂ ਨੂੰ ਬਹੁਤ ਜ਼ਿਆਦਾ ਐਕਸਪੀਰੀਅੰਸ ਆ NRI ਰਿਲੇਟਡ ਕੋਈ ਵੀ ਬਿਜ਼ਨਸ ਕਰਨਾ ਜਾਂ NRI ਰਿਲੇਟਡ ਹੋਰ ਵੀ ਬਹੁਤ ਸਾਰੇ ਅਜਿਹੀਆਂ ਪ੍ਰੋਬਲਮਸ ਹੁੰਦੀਆਂ ਜਿਹੜੀਆਂ ਕਿ ਸਾਨੂੰ ਬਾਹਰਲੇ ਮੁਲਕਾਂ ਵਿੱਚ ਬੈਠਿਆਂ ਉਹ ਉਠਾਉਣੀਆਂ ਪੈਂਦੀਆਂ। ਉਹਨਾਂ ਕੋਲ ਕੋਈ ਵੀ ਇਸ ਤਰ੍ਹਾਂ ਦੀ ਤੁਸੀਂ ਗੱਲ ਲੈ ਕੇ ਆਉਂਦੇ ਹੋ, ਉਹਨਾਂ ਕੋਲ ਕੋਈ ਵੀ ਕੇਸ ਲੈ ਕੇ ਆਉਂਦੇ ਹੋ ਜਾਂ ਆਪਣਾ ਬਿਜ਼ਨਸ ਸ਼ੁਰੂ ਕਰਨਾ, ਦਲਜੀਤ ਸਿੰਘ ਛਾਬੜਾ ਹਮੇਸ਼ਾ ਇੱਥੇ ਹਾਜ਼ਰ ਹੈ। ਇਹ ਜਲੰਧਰ ਬੇਸਡ ਹੈਗਾ। ਤੁਸੀਂ ਸਾਡੀ ਸਕਰੀਨ 'ਤੇ ਇਹਨਾਂ ਦਾ ਫ਼ੋਨ ਨੰਬਰ ਵੀ ਦੇਖ ਸਕਦੇ ਹੋ। ਕੋਈ ਵੀ ਸਲਾਹ ਲੈਣੀ ਹੋਵੇ ਇਹਨਾਂ ਨਾਲ ਜ਼ਰੂਰ ਸੰਪਰਕ ਕਰੋ। ਛਾਬੜਾ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਅਗਲੇ ਇੰਸਟਾਲਮੈਂਟ ਵਿੱਚ ਅਸੀਂ ਫਿਰ ਹੋਰ ਗੱਲਾਂ ਤੁਹਾਡੇ ਨਾਲ ਕੁਝ ਕਰਾਂਗੇ, ਤੇ ਤਾਂ ਕਿ ਸਾਡੇ ਜਿਹੜੇ ਬਾਹਰ ਬੈਠੇ ਭਰਾ ਜਾਂ ਸਾਡੇ ਜਿਹੜੀ ਫੈਮਲੀਜ਼ ਆ ਉਹਨਾਂ ਨੂੰ ਕੁਛ ਨਾ ਕੁਛ ਜਾਣਕਾਰੀ ਹਾਸਲ ਹੋ ਸਕੇ। ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਰੱਬ ਰੱਖਾ ਜੀ।